ਹੋਏ ਨਾ ਚੋ या माया के डंडे सूर के सन्मुख रण ते डर पै सती के साचे भंडे मन रे छाडो भरम प्रगट होए ना चो। आओ गुरु के प्यारे कोशिश करिए साहिबां दी पावन पवित्र गोद अंदर सजदे मनां दे अंदरों भरम दूर करिए गुरु साहब जी की असीस अपने मन अंदर टिकाइए अपनी अकल का त्याग करके गुरु साहब कोलों अकल लैण का यत्न करिए। साहब सच्चे पातशाह जी की बाणी बहुत सारे दानां की गल करती है ते सब तो उत्तम दान जदों महाराज कहते हैं ते विवेक दान अकल दान कहते हैं। संसार अंदर जिहड़ा बंदा अकल देगा लगभग दुनिया उहदी दुश्मन हो जाती है। अकलां दे गाहक बहुत घट होंदे हैं। इसे करके अकल देण वालियां नूं तवियां ते बहना पिया ते अकल ना देण वाले हमेशा तख्तां ताजां दे मालक बनते रहे। ते अकल गुरु साहब जी सानू बाणी दे राही बख्शदे हन। सिख जदों गुरु साहब जी नूं नमस्कार करदा है ते इहदे अर्थ ही ये हुंदे हन कि महाराज मैं अपनी अकल त्याग रिहा ते तुहाडी अकल धारण कर लई तैयार हां। मत्था टेकण दा असल विच अर्थ ये हुंदा सीस झुकाउण दा मतलब ही ये हुंदा है कि मैं अपनी अकल दा त्याग कर रिहा। पर होया इंज है सिख ने मत्था गुरु नूं टेकिया पर कोशिश इहने ये कीती है कि गुरु नूं मैं अपनी अकल नाल ही चलावां। इहने कोशिश ऐसी कीती है कि मैं अपनी अकल नाल गुरु साहब जी नूं चलावां। इसे करके तुसीं वेखो गुरु बाबे दी बाणी दा उपदेश कुछ होर कहिंदा है ते सिख जो कर रहा है वो कुछ होर है। तालमेल नहीं ना बन रहा ते रिश्ता नहीं बन पा रहा। महाराज सच्चे पातशाह जी रहमत करन असीं गुरु साहब जी कोलों अकल लै सकीए। गुरु साहब जी दे चरणां च हाਜ਼ਰ ਹੁੰਦਿਆਂ कोशिश करिए ते अकल आएगी भरम दूर करन नाल। जिन्ना चिर भरम रहेगा उन्ना चिर तक अकल नहीं आउणी। महाराज प्यारे बोल वरतदे मन रे छाडो भरम प्रगट होए ना चो या माया के डांडे सूर के सन्मुख रण ते डर पै सती के साचे भांडे डगमग छाड़ रे मन बौरा अब तो जरे मरे सिद्ध पाइए लीनो हाथ संधौरा डगमग छाड़ रे मन बौरा अब तो जरे मरे सिद्ध पाइए लीनो हाथ संधौरा। रहाओ काम क्रोध माया के लीने या विद जगत बिगुता। काम क्रोध माया के लीने या विद जगत बिगुता। कह कबीर राजा राम न छोड़ो सगल ऊंच ते ऊंचा। सारे करियो कृपा। कह कबीर राजा राम न छोड़ो सगल ऊंच ते ऊंचा। कह कबीर राजा राम न छोड़ो
ਤੂੰ ਸਗਲ ਊਚ ਤੇ ਊਚਾ। ਤੀਨ ਦੁਨੀ ਦੇ ਮਾਲਕ ਹਲਤ ਪਲਤ ਸਵਾਰ ਦੇਣ ਹਾਰ ਸਹਿਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਦੇ ਅੰਦਰ ਸੁਭਾਇਮਾਨ ਗੁਰੂ ਪਿਆਰ ਵਾਲਿਓ, ਸਫਰ ਏ ਸ਼ਹਾਦਤ ਦੇ 4 ਰੋਜ਼ਾ ਅੱਜ ਚੌਥੇ ਦਿਨ ਦੇ ਸਮਾਗਮ ਵਿੱਚ ਤੁਸੀਂ ਹਾਜ਼ਰ ਹੋ ਰਹੇ ਹੋ, ਜਿੱਥੇ ਅਦਬ ਨਾਲ ਬਾਣੀ ਨਾਲ ਸਾਂਝ ਬਣਾ ਰਹੇ ਸਾਂ। ਗੁਰੂ ਕੇ ਸਵਾਰੇ ਹਰੀ ਜਸ ਕੀਰਤਨ ਸ਼ਰਵਣ ਕਰਵਾ ਰਹੇ ਸਨ। ਚੰਦ ਘੜੀਆਂ ਵਕਤ ਹੈ ਇਤਿਹਾਸ ਦੇ ਪੰਨੇ ਫਰੋਲੀਏ, ਖੁਦ ਨੂੰ ਸਮਝਣ ਦਾ ਯਤਨ ਕਰੀਏ, ਬਾਣੀ ਦੇ ਇੱਕ ਇੱਕ ਅੱਖਰ ਨੂੰ ਗੌਰ ਨਾਲ ਵਾਚੀਏ, ਤਾਂ ਜੋ ਅਸੀਂ ਰਹਿੰਦੀ ਜ਼ਿੰਦਗੀ ਗੁਰੂ ਮੱਤ ਤੇ ਗੁਰੂ ਸਾਹਿਬ ਜੀ ਦੀ ਸਿੱਖਿਆ ਦੇ ਵਿੱਚ ਬਤੀਤ ਕਰ ਸਕੀਏ। ਆਓ ਸਾਰੇ ਰਲ ਮਿਲ ਕੇ ਵਿਚਾਰ ਆਰੰਭੀਏ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾਈਏ। ਪਿਆਰ ਨਾਲ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਇਤਿਹਾਸ, ਇਹ ਦੋਵੇਂ ਚੀਜ਼ਾਂ ਸਿੱਖ ਦੀ ਜ਼ਿੰਦਗੀ ਦੀ ਅਹਿਮ ਕੜੀ ਹਨ। ਜੇ ਅਸੀਂ ਬਾਣੀ ਨਾਲੋਂ ਨਾਤਾ ਤੋੜ ਲਵਾਂਗੇ ਤੇ ਜ਼ਿੰਦਗੀ ਬੇਤਰਤੀਬੀ ਹੋ ਜਾਏਗੀ, ਤੇ ਜੇ ਤੁਸੀਂ ਇਤਿਹਾਸ ਦਾ ਲੜ ਛੱਡ ਦਿਓਗੇ ਤੇ ਸਾਨੂੰ ਇਹ ਸਮਝ ਨਹੀਂ ਲੱਗੇਗੀ ਵੀ ਜੋ ਬਾਣੀ 'ਚ ਲਿਖਿਆ ਇਹਨੂੰ ਪ੍ਰੈਕਟੀਕਲ ਵੀ ਕਿਸੇ ਨੇ ਕੀਤਾ ਹੈ ਕਿ ਨਹੀਂ ਕੀਤਾ। ਕਿਉਂਕਿ ਅਸੀਂ ਭਰੋਸਾ ਉਹਦੇ ਤੇ ਕਰਦੇ ਹਾਂ ਜੋ ਪ੍ਰੈਕਟੀਕਲ ਹੁੰਦਾ ਹੈ, ਜੋ ਸੱਚੀ ਮੁੱਚੀ ਵਾਪਰਿਆ ਧਰਤੀ ਤੇ। ਬਾਣੀ 'ਚ ਜੋ ਲਿਖਿਆ ਹੈ, ਜੇ ਤੁਸੀਂ ਉਹਨੂੰ ਸਮਝਣਾ ਹੈ ਤੇ ਤੁਹਾਨੂੰ ਇਤਿਹਾਸ ਵਾਲੇ ਬੰਨੇ ਨਿਗਾਹ ਮਾਰਨੀ ਪਏਗੀ। ਜਿਹੜੇ ਬੋਲ ਬਾਣੀ 'ਚ ਲਿਖੇ ਨੇ ਉਹ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਤੋਂ ਲੈ ਕੇ ਗੁਰੂ ਸਾਹਿਬਾਨਾਂ ਤੋਂ ਲੈ ਕੇ ਗੁਰੂ ਕੇ ਪਿਆਰੇ ਸਿੱਖਾਂ ਨੇ ਸੱਚ ਕਰਕੇ ਵਿਖਾਏ ਨੇ। ਜੇ ਬਾਣੀ 'ਚ ਲਿਖਿਆ ਨਾ, ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬਿਨਤੀ ਮੇਰੀ, ਐ ਲਿਖਿਆ। ਇਹਦੇ ਅਰਥ ਨੇ ਵੀ ਕੋਈ ਮੇਰੇ ਸਿਰ ਤੇ ਆਰਾ ਰੱਖ ਦੇ, ਮੈਂ ਗੁਰੂ ਦੀ ਪਿੱਠ ਨਹੀਂ ਪ੍ਰਵਾਨ ਕਰ ਸਕਦਾ। ਸਿਰ ਤੇ ਆਰਾ ਰਖਾਉਣਾ ਤੇ ਮੈਨੂੰ ਮਨਜ਼ੂਰ ਹੈ। ਤੇ ਜਦੋਂ ਇਹ ਬੋਲ ਕੋਈ ਪੜ੍ਹਦਾ ਸੀ ਤਾਂ ਉਹਨਾਂ ਨੂੰ ਲੱਗਦਾ ਸੀ ਐ ਥੋੜ੍ਹੀ ਹੋ ਸਕਦਾ ਕੋਈ ਸਿਰ ਤੇ ਆਰਾ ਰੱਖ ਕੇ ਵੀ ਕਿਤੇ ਧਰਮ ਨਿਭਾਉਂਦਾ ਹੁੰਦਾ, ਇਹ ਹੋ ਹੀ ਨਹੀਂ ਸਕਦਾ। ਪਰ ਜਦੋਂ ਇਤਿਹਾਸ ਦੇ ਵਿੱਚ ਭਾਈ ਮਤੀ ਦਾਸ ਜੀ ਦੇ ਸੀਸ ਤੇ ਆਰਾ ਰੱਖਿਆ ਤੇ ਕੋਈ ਸਵਾਲ ਉਹਨਾਂ ਨੂੰ ਪੁੱਛਿਆ ਵੀ ਦੱਸ ਮਤੀ ਦਾਸ, ਸਿੱਖੀ ਚੰਗੀ ਲੱਗਦੀ ਹੈ ਕਿ ਜਾਨ ਚੰਗੀ ਲੱਗਦੀ? ਉਹ ਕਹਿੰਦਾ ਜਾਨ ਦੀ ਕੀ ਗੱਲ ਹੈ, ਸਿੱਖੀ ਚੰਗੀ ਲੱਗਦੀ ਹੈ ਬਸ, ਕੋਈ ਸੌਦਾ ਨਹੀਂ ਜਾਨ ਦਾ। ਜਾਨ ਦਾ ਕੀ ਹੈ? ਧਿਆਨ ਕਰਕੇ ਤੁਸੀਂ ਸਾਰੇ ਜਾਣੋ ਇਤਿਹਾਸ ਤੋਂ ਵੀ ਜਦੋਂ ਕਿਤੇ ਕਿਸੇ ਨੂੰ ਸਜਾਏ ਮੌਤ ਹੁੰਦੀ ਹੈ ਤੇ ਉਹ ਤੋਂ ਆਖਰੀ ਇੱਛਾ ਪੁੱਛੀ ਜਾਂਦੀ ਹੈ ਵੀ ਤੇਰੀ ਆਖਰੀ ਇੱਛਾ ਕੀ ਹੈ? ਕਾਜੀ ਆਖਦਾ ਦੱਸ ਖਾਂ ਮਤੀ ਦੱਸ, ਤੇਰੀ ਆਖਰੀ ਇੱਛਾ ਹੱਲ ਹੋਵੇ, ਜੋ ਚਾਹੇ ਤੂੰ ਮੰਗ ਸਕਦਾ ਹੈ, ਹਾਜ਼ਰ ਹੁਣੇ ਹੀ ਇਸੇ ਪਲ ਹੋਵੇ। ਤੂੰ ਇੱਕ ਵਾਰ ਮੂੰਹੋਂ ਕੱਢ, ਜੋ ਕਹੇਗਾ ਹਾਜ਼ਰ ਕਰ ਦਿਆਂਗੇ ਉਸੇ ਵੇਲੇ। ਆਖਰੀ ਇੱਛਾ ਦੱਸ। ਹੁਣ ਬਾਣੀ 'ਚ ਲਿਖੇ ਬੋਲਾਂ ਨੂੰ ਸਿੱਖ ਨੇ ਕਿੰਨੇ ਕੁ ਪਿਆਰ ਵਿੱਚ ਭਿੱਜ ਕੇ ਜੀਵਿਆ ਹੋਣਾ। ਤੁਸੀਂ ਵੇਖੋ ਬਾਣੀ 'ਚ ਲਿਖੇ ਬੋਲਾਂ ਨੂੰ ਕਿੰਨਾ ਕੁ ਲਾਗਿਓ ਮਾਣਿਆ ਹੋਏਗਾ। ਸਿੱਖ ਨੇ ਉਸ ਵੇਲੇ ਜਿਹੜੇ ਬੋਲ ਕਹੇ, ਇਤਿਹਾਸ ਨੇ ਜੋ ਦਰਜ ਕੀਤੇ, ਸਿੱਖ ਕਹਿੰਦਾ ਮੇਰੀ ਆਖਰੀ ਇੱਛਾ ਹੈ ਇੱਕ, ਮੇਰੀ ਪੂਰੀ ਜ਼ਰੂਰ ਕਰ ਦਿਓ। ਮੇਰੀ ਆਖਰੀ ਇੱਛਾ ਇੱਕੋ ਹੀ ਹੈ, ਮੇਰੇ ਸੀਸ ਤੇ ਜਦੋਂ ਚੱਲੇ ਆਰਾ, ਮੇਰਾ ਮੁਖ ਗੁਰੂ ਪਿੰਜਰੇ ਵੱਲ ਹੋਵੇ। ਕਿੱਡੀ ਗਜ਼ਬ ਗੱਲ ਹੈ। ਸਿਰ ਤੇ ਆਰਾ ਹੋਵੇ ਤੇ ਮੂੰਹ ਮੇਰਾ ਮੇਰੇ ਗੁਰੂ ਵੱਲ ਹੋਵੇ, ਮੇਰੇ ਸੱਚੇ ਪਾਤਸ਼ਾਹ ਜੀ ਵੱਲ ਹੋਵੇ। ਅਸਲ ਵਿੱਚ ਇਹ ਹੈ ਸਾਡਾ ਪਿਛੋਕੜ, ਇਹ ਹੈ ਸਾਡਾ ਵੱਡ ਵਡੇਰਿਆਂ ਦਾ ਇਤਿਹਾਸ, ਇਹ ਹੈ ਤੁਹਾਡੇ ਪੁਰਖਿਆਂ ਦੀਆਂ ਬਾਤਾਂ, ਇਹ ਨੇ ਤੁਹਾਡੇ ਅੰਸ ਬੰਸ ਦੀਆਂ ਗੱਲਾਂ। ਕਈ ਵਾਰ ਸਾਨੂੰ ਜਦੋਂ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬੀਅਤ ਨਾਲ ਸੰਬੰਧਿਤ ਬੰਦਿਆਂ ਨੂੰ ਕਿਸੇ ਅੰਸ ਬੰਸ ਤੋਂ ਜਾਣੂ ਕਰਾਇਆ ਜਾਂਦਾ ਨਾ, ਤਾਂ ਬੜੇ ਅਜੀਬ ਦੇ ਢੰਗ ਨਾਲ ਪੰਜਾਬ ਦੇ ਲੋਕ ਸ਼ਰਾਬ ਪੀਣ ਦੇ ਨਾਂ ਤੋਂ ਜਾਣੇ ਜਾਂਦੇ ਨੇ। ਅਜੀਬ ਗੱਲ ਹੈ, ਸ਼ਰਾਬ ਦਾ ਪੰਜਾਬ ਨਾਲ ਸੰਬੰਧ ਕੀ ਹੈ? ਕਿੱਥੋਂ ਜੁੜ ਗਈ ਸ਼ਰਾਬ ਪੰਜਾਬ ਦੇ ਨਾਲ? ਉਹ ਪੰਜਾਬੀ ਕਾਹਦਾ ਜਿਹੜਾ ਕਦੀ ਸ਼ਰਾਬੀ ਨਹੀਂ ਹੁੰਦਾ? ਅਜੀਬ ਹੈ ਗੱਲ। ਉਹਦਾ ਕਾਰਨ ਹੈ ਤੁਹਾਡੀਆਂ ਕਿਤਾਬਾਂ, ਤੁਹਾਡਾ ਸਾਹਿਤ, ਤੁਹਾਡੀਆਂ ਪੜ੍ਹਾਈਆਂ, ਤੁਹਾਡੀਆਂ ਯੂਨੀਵਰਸਿਟੀਆਂ, ਤੁਹਾਡੇ ਕਾਲਜ, ਸਾਰਾ ਕੁਝ ਅਗਲਿਆਂ ਨੇ ਆਪਣੇ ਢੰਗ ਨਾਲ ਢਾਲ ਲਿਆ। ਧਿਆਨ ਨਾਲ ਸਮਝੋਗੇ ਗੱਲ ਤੇ ਪੱਲੇ ਪੈ ਜਾਏਗੀ। ਸਾਡੇ ਹੱਥ ਵਿਚਲੀ ਕਿਤਾਬ ਹੈ ਨਾ ਜਿਹੜੀ ਤੁਸੀਂ ਪੜ੍ਹਦੇ ਹੋ, ਭਾਵੇਂ ਉਸ ਕਿਤਾਬ ਦਾ ਨਾਮ ਹਿਸਟਰੀ ਦੀ ਕਿਤਾਬ ਹੀ ਕਿਉਂ ਨਾ ਹੋਵੇ,
ਜ਼ਰੂਰੀ ਨਹੀਂ ਹੈ ਵੀ ਉਹ ਹਿਸਟਰੀ ਤੁਹਾਨੂੰ ਅਸਲ 'ਚ ਹਿਸਟਰੀ ਪੜ੍ਹਾਈ ਜਾਏਗੀ। ਹਿਸਟਰੀ ਦੇ ਰਾਹੀਂ ਹਿਸਟਰੀ ਭੁਲਾਈ ਵੀ ਜਾਂਦੀ ਹੈ ਕਈ ਵਾਰ। ਜਿਹੜੇ ਤੁਸੀਂ ਹਿਸਟੋਰੀਕਲੀ ਲੋਕ ਹੋ, ਜਿਨ੍ਹਾਂ ਨੂੰ ਹਿਸਟਰੀ ਨਾਲ ਰਿਸ਼ਤਾ ਹੈਗਾ ਨਾ, ਉਹਨਾਂ ਦਾ ਹਿਸਟਰੀ ਦੇ ਰਾਹੀਂ ਹਿਸਟਰੀ ਭੁਲਾਈ ਜਾਂਦੀ ਹੈ। ਕਿਵੇਂ ਭੁਲਾਈ ਜਾਂਦੀ ਹੈ? ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਕਰਤਾਰ ਸਰਾਭਾ ਪਾਸੇ ਕਰਤਾ, ਸਾਹਿਬਜ਼ਾਦੇ ਪਾਸੇ ਕਰਤੇ, ਅਜੀਤ ਸਿੰਘ ਜੁਝਾਰ ਸਿੰਘ ਪਾਸੇ ਕਰਤੇ, ਤੇ ਪੰਜਾਬ ਦੇ ਸਾਹਿਤ ਸੱਭਿਆਚਾਰ ਲੈ ਆਂਦਾ ਹੀਰ ਰਾਂਝਾ, ਸੱਸੀ, ਪੁੰਨੂ, ਸਾਹਿਬਾ, ਮਿਰਜ਼ੇ। ਹੁਣ ਇਹ ਤੇ ਸਾਡਾ ਕਲਚਰ ਨਹੀਂ ਹੈ, ਇਹ ਤੇ ਸਾਡਾ ਸੱਭਿਆਚਾਰ ਨਹੀਂ ਹੈ। ਪਰ ਪੰਜਾਬ ਦੀ ਜਿਹੜਾ ਯੂਥ ਹੈ, ਜਵਾਨੀ ਹੈ ਜਿਹੜੀ, ਉਹਨੂੰ ਕਹੋਗੇ, ਉਹ ਕਹਿ ਕੇ ਨਹੀਂ ਇਹ ਸੱਭਿਆਚਾਰ ਦਾ ਹਿੱਸਾ ਹੈ। ਇਹ ਤੇ ਸੱਭਿਆਚਾਰ ਦੀ ਬਾਤ ਅਸਲ ਵਿੱਚ ਇਹਨਾਂ ਰਾਹੀਂ ਪੈਂਦੀ ਹੈ। ਸਾਡੇ ਕਾਲਜਾਂ ਤੋਂ ਲੈ ਕੇ ਸਕੂਲਾਂ, ਯੂਨੀਵਰਸਿਟੀਆਂ ਤੱਕ ਜਿੰਨੇ ਫੰਕਸ਼ਨ ਹੁੰਦੇ ਨੇ, ਉੱਥੇ ਅਜੀਤ ਸਿੰਘ ਜੁਝਾਰ ਸਿੰਘ ਦੀ ਗੱਲ, ਕਰਤਾਰ ਸਰਾਭੇ ਦੀ ਗੱਲ, ਫਤਿਹ ਸਿੰਘ ਦੀ ਗੱਲ, ਜ਼ੋਰਾਵਰ ਸਿੰਘ ਦੀ ਗੱਲ ਕਿੱਥੇ ਹੁੰਦੀ ਹੈ? ਨਹੀਂ ਕਰਦੇ ਹੋ। ਇੱਕ ਬੇਨਤੀ ਧਿਆਨ ਨਾਲ ਸਮਝਿਓ, ਇਤਿਹਾਸ ਦੇ ਰਾਹੀਂ ਇਤਿਹਾਸ ਭੁਲਾਇਆ ਕਿਵੇਂ ਜਾਂਦਾ ਹੈ? ਸਾਡੇ ਘਰਾਂ 'ਚ ਨਾ ਸਾਨੂੰ ਸਾਰਿਆਂ ਨੂੰ ਲਗਭਗ ਵਿੱਚ ਸਕੂਲ ਜਾਣ ਵਾਲੇ ਬੱਚਿਆਂ ਨੂੰ 25 ਦਸੰਬਰ ਯਾਦ ਰਹਿੰਦਾ। 25 ਦਸੰਬਰ ਸਾਰਿਆਂ ਨੂੰ ਯਾਦ ਹੁੰਦਾ ਹੈ। 5-10 ਦਿਨ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ 25 ਦਸੰਬਰ ਆਉਣ ਵਾਲਾ ਹੈ। ਸਾਰੇ ਬਾਜ਼ਾਰ ਸੈਂਟਾ ਕਲੋਜ਼ ਦੀਆਂ ਵਰਦੀਆਂ ਨਾਲ, ਯੂਨੀਫਾਰਮ ਨਾਲ ਭਰੇ ਹੁੰਦੇ ਨੇ। ਤੇ ਕਈ ਵਾਰ ਸਾਨੂੰ ਸਕੂਲ ਵਾਲੇ ਏਦਾਂ ਲਿਖ ਕੇ ਭੇਜ ਦਿੰਦੇ ਨੇ ਵੀ ਆਪਣੇ ਬੱਚੇ ਨੂੰ 25 ਦਸੰਬਰ ਨੂੰ ਸੈਂਟਾ ਕਲੋਜ਼ ਦੀ ਯੂਨੀਫਾਰਮ ਪਾ ਕੇ ਭੇਜਿਓ, ਤੇ ਅਸੀਂ ਭੇਜ ਵੀ ਦਿੰਦੇ। ਮੈਂ ਇੱਕ ਧਿਆਨ ਨਾਲ ਸਮਝ ਲਿਓ ਗੱਲ, ਮੈਂ ਪਿਛਲੇ 4 ਦਿਨਾਂ ਤੋਂ ਬੇਨਤੀ ਕਰ ਰਿਹਾ ਵੀ ਕਿਸੇ ਵੀ ਵਿਅਕਤੀ ਵਿਸ਼ੇਸ਼ ਨਾਲ ਸਾਡਾ ਕੋਈ ਵਿਰੋਧ ਨਹੀਂ ਹੈ, ਕਿਸੇ ਧਰਮ ਮਜ਼ਹਬ ਨਾਲ ਸਾਡਾ ਕੋਈ ਵਿਰੋਧ ਨਹੀਂ ਹੈ। ਅਸੀਂ ਉਹ ਲੋਕ ਹਾਂ ਜਿਨ੍ਹਾਂ ਲੋਕਾਂ ਦੇ ਵਡੇਰਿਆਂ ਨੇ ਕਿਹਾ ਤੁਮਕੋ ਤੁਮਾਰਾ ਖੂਬ ਹਮਕੋ। ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਅਸੀਂ ਨਹੀਂ ਕਹਿੰਦੇ ਕਿਸੇ ਦੇ ਧਰਮ ਵਿੱਚ ਕੁਝ ਵੀ ਨਹੀਂ ਹੈ, ਤੇ ਨਾ ਕਦੀ ਕਵਾਂਗੇ। ਪਰ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਵੀ ਆਪਣੀ ਕਹੋ ਤੇ ਸਾਨੂੰ ਆਪਣੀ ਕਹਿਣ ਦਿਓ। ਤੁਸੀਂ ਆਪਣੇ ਵਿੱਚ ਪੱਕੇ ਰਹੋ ਤੇ ਸਾਨੂੰ ਆਪਣੇ ਵਿੱਚ ਪੱਕੇ ਰਹਿਣ ਦਿਓ। ਅਸੀਂ ਤੁਹਾਡੇ ਤੇ ਜ਼ੋਰ ਨਹੀਂ ਲਾਉਂਦੇ ਤੇ ਤੁਸੀਂ ਸਾਡੇ ਤੇ ਜ਼ੋਰ ਨਾ ਲਾਓ। ਹਾਂ, ਇਹਦੇ ਨਾਲੋਂ ਚੰਗਾ ਇਹ ਹੈ ਵੀ ਤੁਸੀਂ ਆਪਣਿਆਂ ਤੇ ਜ਼ੋਰ ਲਾਓ ਤੇ ਅਸੀਂ ਆਪਣਿਆਂ ਤੇ ਜ਼ੋਰ ਲਾਈਏ। ਜਦੋਂ ਕਿਤੇ ਮਿਲੀਏ ਇੱਕ ਦੂਜੇ ਨਾਲ ਹੱਸ ਕੇ ਮਿਲੀਏ, ਕੋਈ ਰੌਲਾ ਨਹੀਂ ਸਾਡਾ, ਕੋਈ ਸਾਡੀ ਨਫ਼ਰਤ ਨਹੀਂ ਕਿਸੇ ਨਾਲ। ਨਾਲੇ ਘੱਟੋ ਘੱਟ ਗੁਰੂ ਨਾਨਕ ਸਾਹਿਬ ਜੀ ਦਾ ਘਰ ਤੇ ਨਫ਼ਰਤ ਨਹੀਂ ਨਾ ਕਰ ਸਕਦਾ। ਜਿਸ ਬਾਬੇ ਨਾਨਕ ਦੇ ਘਰ ਨੇ ਗੱਲ ਇੱਥੋਂ ਸ਼ੁਰੂ ਕੀਤੀ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ। ਅਸੀਂ ਤੇ ਬੈਰੀ ਬੇਗਾਨਾ ਮੰਨਦੇ ਹੀ ਨਹੀਂ ਕਿਸੇ ਨੂੰ। ਪਰ ਬੇਗਾਨਾ ਕਦੋਂ ਹੋ ਜਾਂਦਾ ਹੈ? ਜਦੋਂ ਤੁਸੀਂ ਇਹ ਕਹਿੰਦੇ ਹੋ ਵੀ 25 ਦਸੰਬਰ ਚੇਤੇ ਰੱਖੋ, ਸੈਂਟਾ ਕਲੋਜ਼ ਦੀਆਂ ਵਰਦੀਆਂ ਪਾ ਕੇ ਆਓ, ਤੇ ਜਦੋਂ 22 ਦਸੰਬਰ ਹੁੰਦਾ ਉਦੋਂ ਵੀ ਤੁਹਾਨੂੰ ਚੇਤਾ ਨਹੀਂ ਆਉਂਦਾ, ਜਦੋਂ 27 ਦਸੰਬਰ ਹੁੰਦਾ ਉਦੋਂ ਵੀ ਤੁਹਾਨੂੰ ਚੇਤਾ ਨਹੀਂ ਆਉਂਦਾ। ਮੇਰਾ ਬੇਟਾ ਖੁਦ ਦਾ ਸਕੂਲ ਪੜ੍ਹਦਾ, 2-3 ਸਾਲ ਪੁਰਾਣੀ ਗੱਲ ਹੈ, ਹੁਣ ਤਾਂ ਕਹਿੰਦੇ ਨਹੀਂ। ਉਹ ਬੱਚਿਆਂ ਨੂੰ ਨਾ ਜਦੋਂ ਲਿਖ ਕੇ ਭੇਜਦੇ ਨੇ ਵੀ ਬੱਚਿਆਂ ਨੂੰ ਯੂਨੀਫਾਰਮ ਪਾ ਕੇ ਭੇਜਿਓ, ਔਰ ਸਾਡੇ ਘਰ ਵੀ ਉਹਨਾਂ ਨੇ ਲਿਖ ਕੇ ਭੇਜਿਆ, ਨੋਟਿਸ ਭੇਜਿਆ ਵੀ ਬੱਚੇ ਨੂੰ ਸੈਂਟਾ ਕਲੋਜ਼ ਦੀ ਯੂਨੀਫਾਰਮ ਪਾ ਕੇ ਭੇਜਿਓ। ਜਦੋਂ ਸਾਡੇ ਸਾਹਮਣੇ ਆਇਆ ਤਾਂ ਹੁਣ, ਕਿਉਂਕਿ ਸਾਡੇ ਵਾਸਤੇ ਬੜੀ ਅਜੀਬ ਗੱਲ ਹੈ, ਮੈਂ ਉਹਨਾਂ ਨੂੰ ਇੱਕ ਨੋਟਿਸ ਲਿਖਿਆ, ਘਰਦਿਆਂ ਨੂੰ ਕਿਹਾ ਵੀ ਲਿਖੋ, ਉਹਨਾਂ ਨੂੰ ਕਹੋ ਠੀਕ ਹੈ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਸਾਡਾ ਬੱਚਾ 25 ਦਸੰਬਰ ਨੂੰ ਸੈਂਟਾ ਕਲੋਜ਼ ਦੀ ਯੂਨੀਫਾਰਮ ਪਾ ਕੇ ਆਏਗਾ, ਕੋਈ ਇਤਰਾਜ਼ ਨਹੀਂ। ਪਰ ਇਹਦੇ ਤੋਂ ਪਹਿਲਾਂ 2 ਨੋਟਿਸ ਹੋਰ ਕੱਢੋ ਵੀ 22 ਤਰੀਕ ਨੂੰ ਸਾਰੇ ਅਜੀਤ ਤੇ ਜੁਝਾਰ ਸਿੰਘ ਦੀ ਯੂਨੀਫਾਰਮ ਪਾ ਕੇ ਆਉਣ ਸਕੂਲ ਵਿੱਚ, ਤੇ 27 ਤਰੀਕ ਨੂੰ ਸਾਰੇ ਜ਼ੋਰਾਵਰ ਤੇ ਫਤਿਹ ਸਿੰਘ ਦੀ ਯੂਨੀਫਾਰਮ ਪਾ ਕੇ ਆਉਣ। ਕਿਉਂਕਿ ਪੰਜਾਬ 'ਚ ਸਕੂਲ ਹੈ ਨਾ, ਜੇ ਅਸੀਂ ਉਹਨਾਂ ਦੀ ਮੰਨ ਸਕਦੇ ਆ ਤੇ ਘੱਟੋ ਘੱਟ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ, ਤੇ ਸਾਡੇ ਗੁਰਾਂ ਦੇ ਨਾਂ ਤੇ ਵਸਦੇ ਤੇ ਸਾਨੂੰ ਇਹ ਹੱਕ ਤੇ ਹੋਣਾ ਚਾਹੀਦਾ ਹੈ। ਬੱਚਿਆਂ ਨੂੰ ਇੱਕ ਨੋਟਿਸ ਕੱਢੋ, ਜਿਵੇਂ ਤੁਸੀਂ ਇਹ ਨੋਟਿਸ ਕੱਢਿਆ ਨਾ, ਇੱਦਾਂ ਇੱਕ ਨੋਟਿਸ ਦਿਓ ਵੀ 22 ਤਰੀਕ ਨੂੰ ਸਾਰੇ ਨੌਜਵਾਨ ਅਜੀਤ ਜੁਝਾਰ ਜਿਹੜੇ 16 ਸਾਲ ਤੋਂ ਉੱਤੇ ਨੇ, 14 ਸਾਲ ਤੋਂ ਉੱਤੇ ਨੇ, ਸਾਰੇ ਅਜੀਤ ਤੇ ਜੁਝਾਰ ਸਿੰਘ ਬਣ ਕੇ ਆਉਣਗੇ, ਤੇ ਜਿਹੜੇ 7 ਤੇ 9 ਸਾਲ ਤੋਂ ਛੋਟੇ ਬੱਚੇ ਨੇ ਉਹ 27 ਤਰੀਕ ਨੂੰ ਸਾਰੇ ਜ਼ੋਰਾਵਰ ਤੇ ਫਤਿਹ ਸਿੰਘ ਬਣ ਕੇ ਆਉਣਗੇ। 25 ਤਰੀਕ ਨੂੰ ਅਸੀਂ ਆਪਣੇ ਬੱਚੇ ਨੂੰ ਆਪ ਯੂਨੀਫਾਰਮ ਪਾ ਕੇ ਸੈਂਟਾ ਕਲੋਜ਼ ਦੀ ਭੇਜਾਂਗੇ। ਉਹਨਾਂ ਨੇ ਅਗਲੇ ਦਿਨ ਲਿਖ ਕੇ ਭੇਜਤਾ ਵੀ ਤੁਹਾਡੇ ਬੱਚੇ ਲਈ ਕੰਪਲਸਰੀ
नहीं है। गल ये थोड़ा जिहा ध्यान देना पैना। हुण कहण नूं ते ओह कहंदे ने 25 दसंबर का असीं इतिहास चेते करा रहे हैं, पर 25 चेते करा के 22 ते 27 भुला रहे हैं। कहण नूं तां इही होएगा ना भी असीं कोई गुनाह थोड़ी कीता, असीं कोई हिस्टरी का चैप्टर ही दसना तुहाडे बच्चिआं नूं ते असीं प्रैक्टिकली दस रहे हैं। हुण इसलिए ये एक घटना, इदां दीयां सैकड़े घटनावां तुहाडे च जे किसी वीर भरा ने ज्ञानी कीती होवे ना यूनीवर्सिटी चो ज्ञानी, तो तुहानूं पता होना है ज्ञानी विच गुरु नानक साहब जी का नाम थोड़ा जिहा है ते हीर रांझे का नाम बहुत ज्यादा है। ते ज्ञानी का मतलब है जिहड़ा ज्ञानी करेगा ना वो सरकार के हिसाब नाल सिख रिलीजन नाल संबंध रखता बंदा होएगा। जिहड़ा ज्ञानी करदा है, आर्मी विच जे किसी ने जॉब करनी है तो उहदे कोल बाकी एजुकेशन तो होनी चाहिए है, नाल दी नाल उहदे कोल ज्ञानी का सर्टिफिकेट चाहिए। ते ज्ञानी च पढ़ाया की जा रहा, हीर रांझा सस्सी पुन्नू साहिबा मिर्जे, ते ये ने ज्ञानी साडे। इन्हां नूं पढ़ के ज्ञानी बनेगा कोई? मैनू अज रविंदर सिंह वां वीर तुहाडे इत्थे सेवा करते हैं, मैंने एक वीडियो विखा रहा, सच्ची रूह कंब गई मेरी वेख के। तो किसी ज्ञानी की वीडियो सी। हुण इहदा मतलब यह है भी असल च वो इतिहास ते पढ़ा रहे हैं, पर यह नहीं समझ लग रही भी इतिहास की किहड़ी कड़ी नाल जोड़ के तुहानूं किहड़ी कड़ी नालों तोड़ रहे। ते असी भरम विच पए होए लोग असी समझ नहीं रखते। असी कहने जिवें दुनिया चलदी है चलण दिओ, असी की लैना है, ठीक है जिवें सारे ऐं ही चलते हैं असी भी चली जाने। नहीं भाई, ऐ नहीं चलिया जाना। फिर गुरु नानक दे धीआं पुत्त नहीं अखवा सकते। असी बहुत कुछ है, बड़े ध्यान नाल तुहानूं वाचण ते समझण दी लोड़ है। मैं कहना जिहड़ा बच्चा पंजाब दे बच्चिआं नूं खास करके जिहड़े बच्चे पंजाब विच हिस्टरी पढ़ लैण, उन्हां नूं माँ बाप नूं लोड़ ही नहीं सी पैणी चाहीदी दस्सण दी कि साहिबजादे कौण ने, क्योंकि पंजाब दी हिस्टरी, हालांकि फ्रांस दी हिस्टरी में साहिबजादिਆਂ ਦਾ इतिहास पढ़ाया जाता है। माण वाली गल भी है साडे वास्ते कई थावां ते। फ्रांस दी हिस्टरी दे विच एक बेनती होर करदा तुहाडे चरणां 'च इतिहास नाल संबंधित। साडा भारत मुल्क है ना जिहड़ा, मैं शब्द साडा वरते, हालांकि सानू कई बार ये मान नहीं दिंदे पर असी फिर भी ऐं कहीए, ये भारत मुल्क लगभग ज़्यादा नहीं तो 100 साल के लागे, 150-200 साल के लागे गोरियां का गुलाम रहा, ब्रिटिश गौरमेंट का गुलाम रहा। ये तो पहला सैकड़े साल मुगल हुकूमत का गुलाम रहा। और इस गुलाम मानसिकता के लोगों ने ना जिहड़ी आज़ादी है उन्होंने भी गुलामी में ही समझे। आज़ाद मानसिकता साडे च आउंदी नहीं, असीं आज़ाद का शब्द ही नहीं जानते, आज़ादी का पता ही नहीं है सानूं। साडे कई बार बच्चे जिद करते हैं ना भी सानूं फ्रीडम चाहिए, तो फ्रीडम पता किहनूं कहंदे ने? सानूं शराब पीण की आग्या दो, ये फ्रीडम है। भाई किडनियां गलनियां ने, इहदे नाल गुरदे गलने ने, ये आज़ादी है? सानू माँ बाप पुछण ना, साडे घर विच कोई रोक टोक ना होवे, ये आज़ादी है? तुसीं ना कदी तुहाडे चों बहुत सारे बच्चे बाहरले मुल्कां च गए होणगे, उन्हां नूं पुछ के वेखिओ, इत्थे माँ बाप जदों पुछदे इन्हां नूं पुੱਤ कित्थे चले ते सब तो भैड़ा प्यो लगदा उस वेले। जे माँ पुछदी है ना भी पुੱਤ कित्थे चले इस वेले, ते सब तो वड्डी दुश्मन उस वेले माँ लगदी है। ते जदों ये माँ बाप नहीं हुंदे ना बाहरले मुल्कां च, जदों मर्जी जांदे ने, जदों मर्जी आउंदे ने, उदों मैं रोंदे वेखिओ उत्थे धीआं पुੱਤ भी कोई पुछण वाले है नहीं होणे। सानू हमेशा ना होण ते क्यों एहसास हुंदा, सानू होण ते एहसास क्यों नहीं हुंदा? बड़ियां मावां ने घरां विच बच्चिआं नाल गल्लां कर लई तरस जांदियां ने, बच्चिआं कोल वक्त नहीं अज दे इस आधुनिक युग दे विच, इस फैशन दे युग विच, इस तरक्की दे युग विच बच्चिआं कोल माँ बाप दे कोल बहण दा वक्त नहीं। असीं इन्नी काहली नाल भज रहे हां। पर जिद्दण माँ नहीं ना रहिंदी उदण मैं पुੱਤ तस्वीरां नाल गल्लां करदे वेखे। उदण घर च लगी फोटो ला के खलो के कहिंदे ने माँ कोई गल कर मेरे नाल, ते मैं कहना हुन्ना पुੱਤ जे तस्वीर बोलदी होवे ते तैनूं पुछे पुੱਤ तरले लैंदी मर गई तेरे नाल गल करन लई।
ਜਦੋਂ ਤੂੰ ਗੱਲ ਨਹੀਂ ਸਾ ਨਾ ਕਰ, ਮਾਪਿਆਂ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਜੀ। ਬਜ਼ੁਰਗਾਂ ਨੂੰ ਕੀ ਚਾਹੀਦਾ? ਉਹਨਾਂ ਨੂੰ ਇੰਨਾ ਹੀ ਚਾਹੀਦਾ ਵੀ ਜਾਂਦਿਆਂ ਕੋਈ ਪੁੱਛ ਜਾਏ ਵੀ ਬਾਪੂ ਕੀ ਹਾਲ ਹੈ, ਤੇ ਆਉਂਦਿਆਂ ਕੋਈ ਪੁੱਛ ਲੈ ਵੀ ਬਾਪੂ ਠੀਕ ਹੈ। ਬਸ ਉਹ ਤਾਂ ਇੰਨੇ ਨਾਲ ਹੀ ਮਾਣ ਨਾਲ ਚੌੜੇ ਹੋਏ ਫਿਰਦੇ ਨੇ, ਹੋਰ ਕੀ ਲੈਣਾ ਹੈ ਉਹਨਾਂ ਨੇ? ਕੁਛ ਨਹੀਂ ਚਾਹੀ। ਕਿਹੜੀ ਦੌਲਤ ਲੈਣੀ ਹੈ ਉਹਨਾਂ ਨੇ? ਕੀ ਲੈਣਾ ਹੈ ਉਹਨਾਂ ਨੇ? ਜ਼ਿੰਦਗੀ ਹੰਢਾ ਲੈਣੀ ਹੈ ਇੱਦਾਂ ਹੀ। ਉਹਨਾਂ ਲਈ ਇਹੀ ਤੋਹਫਾ ਹੁੰਦਾ ਹੈ। ਖੈਰ, ਮੈਂ ਬੇਨਤੀ ਕਰਨ ਲੱਗਾ ਸੀ ਵੀ ਇਹ ਹੈ ਸਾਡੇ ਸਮਾਜ ਦੀ ਤਰਾਸਦੀ ਵੀ ਅਸੀਂ ਹੁੰਦੀਆਂ ਚੀਜ਼ਾਂ ਦੀ ਕਦਰ ਨਹੀਂ ਕਰਦੇ। ਜਦੋਂ ਚੀਜ਼ਾਂ ਨਹੀਂ ਹੁੰਦੀਆਂ ਨਾ, ਫਿਰ ਸਾਨੂੰ ਉਹਨਾਂ ਦੀ ਕਦਰ ਹੁੰਦੀ ਹੈ। ਹਮੇਸ਼ਾ ਏਦਾਂ ਹੁੰਦਾ, ਵਾਪਰਦਾ ਬਹੁਤ ਵਾਰ। ਸ਼ਾਇਦ ਸਿੱਖੀ ਦੀ ਵੀ ਅਸੀਂ ਕਦਰ ਤਾਂ ਹੀ ਨਹੀਂ ਕਰਦੇ ਕਿਉਂਕਿ ਸਾਡੇ ਕੋਲ ਹੈਗੀ ਹੈ। ਜੰਮੇ ਪਲੇ ਆ ਇਹਦੇ 'ਚ, ਪੰਜਾਬ 'ਚ ਰਹੇ ਆ। ਜਿਹੜੇ ਲੋਕਾਂ ਕੋਲ ਇਸ ਤਰ੍ਹਾਂ ਦੀ ਵਿਚਾਰਧਾਰਾ ਨਹੀਂ ਹੈ ਨਾ, ਉਹ ਕਹਿੰਦੇ ਨੇ ਕਾਸ਼ ਅਸੀਂ ਸਿੱਖਾਂ ਦੇ ਘਰ ਜੰਮੇ ਹੁੰਦੇ। ਸਵਾਮੀ ਤੀਰਥ ਰਾਮ ਦੰਡੀ ਸੰਨਿਆਸੀ, ਨਾਮ ਯਾਦ ਆ ਜਾਏਗਾ ਤੁਹਾਨੂੰ, ਹਿਸਟਰੀ ਨਾਲ ਸੰਬੰਧਿਤ ਵੀਰ ਭੈਣਾਂ ਜਾਣਦੇ ਹੋਵੋਗੇ। ਸਵਾਮੀ ਤੀਰਥ ਰਾਮ ਦੰਡੀ ਸੰਨਿਆਸੀ ਆਰੀਅਨ ਸੀ, ਆਰੀਆ ਸਮਾਜ ਵਿੱਚ ਉਹਦਾ ਜਨਮ ਹੋਇਆ। ਦੁਨੀਆ ਦਾ ਕਿਹੜਾ ਗ੍ਰੰਥ ਹੈ ਜਿਹੜਾ ਉਹਨੇ ਪੜ੍ਹਿਆ ਨਹੀਂ ਸੀ? ਬਹੁਤ ਵਿਦਵਾਨ ਬੰਦਾ। ਅਖੀਰ ਕਰਦਿਆਂ ਸਾਰੇ ਗ੍ਰੰਥਾਂ ਨੂੰ ਪੜ੍ਹ ਲਿਆ, ਤੇ ਜਿਹੜਾ ਪੜ੍ਹਨ ਵਾਲਾ ਬੰਦਾ ਹੁੰਦਾ ਨਾ, ਉਹਦੀ ਤਾਂਘ ਨਹੀਂ ਖਤਮ ਹੁੰਦੀ। ਸਾਡੇ ਪੜ੍ਹਨ ਦਾ ਸੁਭਾਅ ਮੁੱਕ ਗਿਆ, ਸਾਡੇ 'ਚ ਪੜ੍ਹਨ ਦੀ ਰੁਚੀ ਨਹੀਂ ਹੈ। ਅਸੀਂ ਜਦੋਂ ਘਰ ਡਰਾਇੰਗ ਰੂਮ ਬਣਾਉਂਦੇ ਹਾਂ ਨਾ, ਅਸੀਂ ਕੰਧ ਤੇ ਤਰ੍ਹਾਂ ਦੀਆਂ ਤਸਵੀਰਾਂ ਰੱਖਦੇ ਹਾਂ। ਅਸੀਂ ਜਦੋਂ ਸ਼ੋਅ ਕੇਸ ਬਣਾਉਂਦੇ ਹਾਂ ਨਾ, ਕੋਈ ਬਾਜ਼ਾਰ 'ਚ ਕੁੱਤਾ ਬਿੱਲੀ ਬਾਂਦਰ ਨਹੀਂ ਛੱਡਦੇ ਜਿਹੜਾ ਸ਼ੋਅ ਕੇਸ ਵਿੱਚ ਨਹੀਂ ਰੱਖਦੇ। ਤੁਸੀਂ ਵੇਖੋ ਸਾਡੇ ਸ਼ੋਅ ਕੇਸ ਏਦਾਂ ਦੇ ਹੀ ਨੇ। ਪਰ ਕਿਸੇ ਵੀ ਡਰਾਇੰਗ ਰੂਮ ਵਿੱਚ ਕਿਤਾਬ ਪਈ ਮਿਲ ਜਾਏ, ਮੈਂ ਕਹਿੰਦਾ ਹੁੰਦਾ, ਮੈਂ ਕੱਲ ਵੀ ਕਿਹਾ ਸੀ, ਅੱਜ ਦੇ ਯੁੱਗ ਵਿੱਚ ਜੇ ਕਿਸੇ ਦੇ ਘਰੋਂ ਕਿਤਾਬ ਲੱਭ ਜਾਏ ਤੇ ਉਹ ਪਰਿਵਾਰ ਦਾ ਮੈਂਬਰ ਸਨਮਾਨਿਤ ਕਰਨਾ ਚਾਹੀਦਾ। ਤੇ ਜਿਨ੍ਹਾਂ ਦੇ ਹੱਥੋਂ ਕਿਤਾਬ ਗਵਾਚਦੀ ਹੈ, ਮੈਂ ਬੇਨਤੀ ਕਰਾਂਗਾ, ਸਮਾਂ ਨਹੀਂ ਮੇਰੇ ਕੋਲ ਬਹੁਤਾ ਮੈਂ ਡਿਟੇਲ 'ਚ ਜਾ ਸਕਾਂ, ਜਿਨ੍ਹਾਂ ਦੇ ਹੱਥਾਂ 'ਚੋਂ ਕਿਤਾਬ ਗਵਾਚਦੀ ਹੈ, ਅੱਜ ਉਹਨਾਂ ਬਜ਼ੁਰਗਾਂ ਨੂੰ ਅਹਿਸਾਸ ਹੋਇਆ ਵੀ ਜੇ ਕਿਤੇ ਵਕਤ ਸਿਰ ਅਸੀਂ ਕਿਤਾਬਾਂ ਪੜ੍ਹ ਲੈਂਦੇ, ਕਿਤਾਬਾਂ ਨਾਲ ਵਾਹ ਪੈ ਜਾਂਦਾ, ਤਾਂ ਸ਼ਾਇਦ ਸਾਡੀਆਂ ਪੀੜ੍ਹੀਆਂ ਬਰਬਾਦ ਨਾ ਹੁੰਦੀਆਂ। ਪਰ ਜੇ ਅੱਜ ਕਿਸੇ ਨੇ ਯਤਨ ਕੀਤਾ, ਇੱਥੇ ਤੁਹਾਡੇ ਵੀਰ ਪ੍ਰਬੰਧ ਕਰਦੇ ਨੇ, ਮੈਂ ਕੱਲ ਵੀ ਕਿਹਾ ਸੀ, ਥੋੜ੍ਹੀ ਕੋਸ਼ਿਸ਼ ਕਰੋ ਘਰ 'ਚ ਕਿਤਾਬ ਰੱਖੀਏ। ਤੇ ਵੈਸੇ ਨਾ, ਬਾਬੇ ਨੇ ਬਾਣੀ 'ਚ ਲਿਖਿਆ, ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਬਾਬੇ ਨੇ ਬਾਣੀ 'ਚ ਲਿਖਿਆ, ਦੇ ਲੰਮੀ ਨਜ਼ਰ ਨਿਹਾਲੀਏ, ਥੋੜਾ ਜਿਹਾ ਲੰਮਾ ਸੋਚਿਆ ਕਰ, ਦੂਰ ਤੱਕ ਸੋਚਿਆ ਕਰ। ਪਰ ਸਿੱਖ ਨਹੀਂ ਸੋਚਦਾ ਬਹੁਤੀ ਦੂਰ ਤੱਕ। ਹਾਲਾਂਕਿ ਬਾਣੀ 'ਚ ਲਿਖਿਆ, ਜਦੋਂ ਤੁਸੀਂ ਸਾਹਿਤ ਨੂੰ ਪੜ੍ਹਨ ਬੈਠੋਗੇ ਤੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਸਮਝ ਵਿੱਚ ਆਉਣਗੀਆਂ। ਤੁਸੀਂ ਧਿਆਨ ਨਾਲ ਵੇਖੋਗੇ, ਜਦੋਂ ਗੋਰੇ ਆਏ ਨਾ ਭਾਰਤ ਵਿੱਚ, ਅੰਗਰੇਜ਼ ਹਕੂਮਤ ਆਈ ਇੱਥੇ, ਉਹਨਾਂ ਨੇ ਨਾ ਅੱਖਾਂ ਮੀਟ ਕੇ ਸਾਰੇ ਭਾਰਤ ਤੇ ਕਬਜ਼ਾ ਕਰ ਲਿਆ। ਅੱਖਾਂ ਮੀਟ ਕੇ। ਇੱਥੇ ਮਰਾਠੇ ਸਨ ਜਿਨ੍ਹਾਂ ਨੂੰ ਕਹਿੰਦੇ ਸੀ ਮਰ ਕੇ ਹਟਦੇ ਨੇ, ਪਰ ਗੋਰਿਆਂ ਨੇ ਚੁਟਕੀ ਨਾਲ ਜਿੱਤ ਲਏ ਮਰਾਠੇ, ਚੁਟਕੀ ਨਾਲ। ਜਦੋਂ ਵਾਹ ਗੁਰੂ ਨਾਨਕ ਦੇ ਧੀਆਂ ਪੁੱਤਾਂ ਨਾਲ ਪਿਆ ਨਾ ਗੋਰਿਆਂ ਦਾ, ਪੰਜਾਬ ਨਾਲ ਵਾਹ ਪਿਆ, ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵਾਹ ਪਿਆ ਜਦੋਂ ਉਹਨਾਂ ਦਾ, ਤੇ ਹਰ ਗੋਰਾ ਬਹਿ ਕੇ ਆਪਸ ਵਿੱਚ ਇੱਕ ਦੂਜੇ ਨਾਲ ਸਲਾਹਾਂ ਕਰਦੇ ਸੀ, ਇਹਨਾਂ ਨਾਲ ਲੜਿਆ ਨਹੀਂ ਜਾਣਾ। ਜੇ ਸੁੱਖ ਦਾ ਸਾਹ ਭਾਰਤ ਵਿੱਚ ਲੈਣਾ ਚਾਹੁੰਦੇ ਹੋ ਤੇ ਇਹਨਾਂ ਨਾਲ ਸਮਝੌਤੇ ਕਰ ਲਓ। ਤੁਹਾਨੂੰ ਪਤਾ ਹੋਣਾ, ਸਤਲੁਜ ਦੇ ਇਸ ਬੰਨੇ ਸਿੱਖਾਂ ਦਾ ਰਾਜ ਰਿਹਾ ਤੇ ਸਤਲੁਜ ਦੇ ਉਸ ਬੰਨੇ ਗੋਰਿਆਂ ਦਾ ਰਾਜ ਰਿਹਾ। ਜਿਹੜਾ ਲੁਧਿਆਣਾ ਤੇ ਪਟਿਆਲਾ ਰਿਆਸਤ ਹੈ ਨਾ, ਇਹਨਾਂ ਨੇ ਸਿੱਖਾਂ ਦੇ ਅੰਦਰ ਰਾਜ ਦੀ ਭੁੱਖ ਪੈਦਾ ਕੀਤੀ। ਇਸੇ ਕਰਕੇ ਪੰਜਾਬ ਦੇ ਲੋਕ ਬੜੇ ਕਿਰਤੀ ਤੇ ਕਾਮੇ ਸਨ। ਤੁਸੀਂ ਵੇਖੋ, ਜਿਹੜਾ ਰਾਜਨੀਤਿਕ ਬੰਦਾ ਵੀ, ਉਹ ਵੀ ਸਤਲੁਜ ਤੋਂ ਇੱਧਰ ਵਾਲੇ ਨੇ। ਇੱਧਰ ਵਾਲੇ ਰਾਜ ਵਾਲੇ ਬੰਨੇ ਤੁਰੇ ਹੀ ਨਹੀਂ, ਕਿਉਂਕਿ ਉਹਨਾਂ ਨੂੰ ਕਿਰਤ ਕਰਨ ਵਾਲੇ ਬੰਨੇ ਪਾਇਆ ਸੀ ਬਾਬੇ ਨੇ, ਔਰ ਕਿਰਤੀ ਹੀ ਰਾਜੇ ਬਣਾਏ ਸੀ। ਮੈਂ ਕੱਲ ਜ਼ਿਕਰ ਕੀਤਾ ਸੀ। ਖੈਰ, ਉਹ ਕਹਿੰਦੇ ਸਿੱਖਾਂ ਨਾਲ ਲੜ ਨਹੀਂ ਸਕਦੇ ਤੁਸੀਂ, ਪਰ ਉਹਨਾਂ ਨੂੰ ਲੱਗਿਆ ਵੀ ਸਾਰੀ ਦੁਨੀਆ ਤੇ ਸਾਡਾ ਰਾਜ ਹੋ ਜਾਣਾ ਤੇ ਸਿਰਫ ਪੰਜਾਬ ਹੀ ਰਹਿ ਜਾਏਗਾ ਜਿੱਥੇ ਸਾਡਾ ਰਾਜ ਨਹੀਂ ਹੋਏਗਾ। ਤੇ ਫਿਰ ਸਾਡਾ ਸੁਪਨਾ ਪੂਰਾ ਕਿਵੇਂ ਹੋਏਗਾ ਵੀ ਗੋਰਿਆਂ ਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ ਕਿਤੇ, ਤੇ ਸਾਡਾ ਤੇ ਸੁਪਨਾ ਟੁੱਟ ਜਾਣਾ। ਉਹਨਾਂ ਨੇ ਸੰਧੀਆਂ ਕਰਕੇ ਧਿਆਨ ਸਿੰਘ ਡੋਗਰੇ ਹੋਣਾ ਨੂੰ, ਲਾਲ ਸਿੰਘ ਗੁਲਾਬ ਸਿੰਘ ਹੋਣਾ ਦੇ ਸਿਰਾਂ ਤੇ ਪੱਗਾਂ ਬਣਾ ਕੇ ਸਿੱਖਾਂ ਦੇ ਵਿਹੜੇ ਵਾੜਿਆ। ਇਹਨਾਂ ਦੇ ਰਾਹੀਂ ਸਿੱਖੀ ਤਬਾਹ ਕੀਤੀ ਜਾ ਸਕਦੀ ਹੈ, ਪਰ ਸਿੱਖ ਫਿਰ ਵੀ ਨਹੀਂ ਸੀ ਹਾਰਦੇ। ਅਖੀਰ ਗੋਰੇ ਰੋਜ਼ ਕਈ ਘੰਟੇ ਇਕੱਤਰਤਾਵਾਂ ਕਰਕੇ ਮੀਟਿੰਗਾਂ ਕਰਦੇ ਨੇ ਵੀ ਕਿਵੇਂ ਪਤਾ ਲੱਗੇ। ਪ੍ਰੋਫੈਸਰ ਬਲਵਿੰਦਰ ਸਿੰਘ
ਅੱਜ ਵੀ ਜਿਉਂਦੇ ਜਾਗਦੇ ਨੇ, ਉਹਨਾਂ ਨੂੰ ਪੁੱਛ ਕੇ ਵੇਖਿਓ ਕਿਤੇ। ਉਹ ਕਹਿੰਦੇ 1 2 4 10 ਨਹੀਂ, ਗੋਰਿਆਂ ਨੇ ਬਹਿ ਕੇ ਫੈਸਲਾ ਕੀਤਾ ਵੀ ਸਿੱਖ ਓਨਾ ਚਿਰ ਨਹੀਂ ਮਰਦਾ ਜਿੰਨਾ ਚਿਰ ਇਹਦੇ ਕੋਲ ਬਾਣੀ ਤੇ ਇਹਦਾ ਇਤਿਹਾਸ ਹੈ। ਜੇ ਸਿੱਖ ਮਾਰਨਾ ਤੇ ਇਹਦੇ ਕੋਲੋਂ ਬਾਣੀ ਤੇ ਇਹਦਾ ਇਤਿਹਾਸ ਖੋਣਾ ਪੈਣਾ, ਕਿਉਂਕਿ ਸਿੱਖ ਮੱਛੀ ਪਾਣੀ ਬਿਨਾਂ ਨਹੀਂ ਰਹਿੰਦੀ ਤੇ ਸਿੱਖ ਬਾਣੀ ਬਿਨਾਂ ਨਹੀਂ ਰਹਿੰਦਾ। ਤੇ ਜਿੰਨਾ ਚਿਰ ਬਾਣੀ ਹੁੰਦੀ ਹੈ ਨਾ ਇਹਦੇ ਕੋਲ, ਇਹਨੂੰ ਦੁਨੀਆ ਦੀ ਕੋਈ ਤਾਕਤ ਮਾਰ ਹੀ ਨਹੀਂ ਸਕਦੀ, ਕਿਉਂਕਿ ਉਹਨਾਂ ਨੇ ਸਿੱਖ ਐਂਗਲੋ ਦਾ ਇਤਿਹਾਸ ਪੜ੍ਹਿਆ ਸੀ। ਉਹ ਜਾਣਦੇ ਸਨ ਇੱਕ ਸਿੱਖ ਧਰਤੀ ਤੇ ਡਿੱਗਾ, ਸਾਹ ਨਹੀਂ ਲੈ ਜਾਂਦੇ ਉਹਦੇ ਤੋਂ। ਤੁਸੀਂ ਜਦੋਂ ਇਤਿਹਾਸ ਪੜ੍ਹੋਗੇ ਨਾ, ਡਿੱਗਾ ਹੋਇਆ ਧਰਤੀ ਤੇ, ਸਾਹ ਨਹੀਂ ਲੈ ਜਾਂਦੇ, ਬੋਲਿਆ ਨਹੀਂ ਜਾਂਦਾ, ਧਰਤੀ ਤੇ ਪਿਆ, ਮਾੜੀਆਂ ਮਾੜੀਆਂ ਜਿਹੀਆਂ ਅੱਖਾਂ ਖੋਲ੍ਹਦਾ। ਉਹਨੂੰ ਇੱਕ ਗੋਰਾ ਆਫੀਸਰ ਆਣ ਕੇ ਪੁੱਛਦਾ ਵੀ ਹਾਂ ਕੀ ਚਾਹੀਦਾ। ਉਹਨੇ ਇਸ਼ਾਰਾ ਕਰਕੇ, ਉੱਥੇ ਪੱਗ ਪਈ ਹੋਈ ਸੀ ਧਰਤੀ ਤੇ, ਉਹਦੀ ਲੱਥੀ ਹੋਈ, ਉਹਨੇ ਪੱਗ ਵੱਲ ਇਸ਼ਾਰਾ ਕੀਤਾ, ਉਹਨੇ ਪੱਗ ਫੜਾਈ, ਸਿਰ ਤੇ ਪੱਗ ਰੱਖ ਕੇ ਉਹ ਸਿੱਖ ਨੇ ਏਦਾਂ ਪੱਗ ਨੂੰ ਸੈੱਟ ਕਰਕੇ ਨਾ, ਫਿਰ ਗੋਰੇ ਨੂੰ ਕਹਿੰਦਾ ਚੰਗਾ ਜੀ ਹੁਣ ਮੈਂ ਚੱਲਿਆ। ਤੇ ਉਹ ਸਮਝ ਗਿਆ ਸੀ ਵੀ ਜਿਹੜੇ ਬੰਦੇ ਮਰਦੇ ਦਮ ਤੱਕ ਆਪਣੀ ਪੱਗ ਨਾਲ ਪਿਆਰ ਕਰ ਸਕਦੇ ਆ ਨਾ, ਇਹਨਾਂ ਦੀ ਪੱਗ ਦੇ ਇਤਿਹਾਸ ਤੁਸੀਂ ਬਦਲ ਨਹੀਂ ਸਕਦੇ। ਫਿਰ ਉਹਨਾਂ ਨੇ ਕਿਤਾਬਾਂ ਦੇ ਰਾਹੀਂ, ਯੂਨੀਵਰਸਿਟੀਆਂ ਦੇ ਰਾਹੀਂ, ਸਕੂਲਿੰਗ ਦੇ ਰਾਹੀਂ ਸਾਡੀ ਪੜ੍ਹਾਈ ਬਦਲੀ, ਸਾਡੇ ਸਿਲੇਬਸ ਬਦਲੇ, ਔਰ ਉਹਨਾਂ ਨੇ ਪ੍ਰਣ ਕਰ ਲਿਆ ਸੀ। ਹੋਰ ਇੱਕ ਬੇਨਤੀ ਕਰ ਦਿੰਦਾ, ਉਹਨਾਂ ਨੇ ਇਹ ਪ੍ਰਣ ਕਰ ਲਿਆ ਵੀ ਜੇ ਸਿੱਖ ਮਾਰਨਾ ਹੈ ਤਾਂ ਸਿੱਖ ਕੋਲੋਂ ਸਿੱਖ ਦਾ ਇਤਿਹਾਸ ਖੋਲੋ, ਇਹਦੇ ਤੋਂ ਇਹਦੀਆਂ ਕਿਤਾਬਾਂ ਖੋਲੋ, ਇਹਦੇ ਤੋਂ ਇਹਦੇ ਸਾਹਿਤ ਨਾਲ ਇਹਨੂੰ ਤੋੜ ਦਿੱਤਾ ਜਾਏ। ਉਹਨਾਂ ਵੇਲਿਆਂ ਦੇ ਵਿੱਚ ਨਾ, ਜਦੋਂ ਬ੍ਰਿਟਿਸ਼ ਦੀ ਹਕੂਮਤ ਸੀ ਇੱਥੇ, ਉਸ ਵੇਲੇ ਜੇ ਕਿਸੇ ਦੇ ਘਰੋਂ ਹਥਿਆਰ ਮਿਲਦਾ ਸੀ ਤੇ ਉਹਨੂੰ ਸਜ਼ਾ ਘੱਟ ਹੁੰਦੀ ਸੀ, ਤੇ ਜੇ ਕਿਸੇ ਦੇ ਘਰੋਂ ਪੋਥੀ ਮਿਲਦੀ ਸੀ ਤੇ ਉਹਨੂੰ ਸਜ਼ਾ ਵੱਧ ਹੁੰਦੀ ਸੀ। ਅਜੀਬ ਗੱਲ ਹੈ। ਹੁਣ ਤੁਸੀਂ ਦੱਸੋ, ਹਥਿਆਰ ਖਤਰਨਾਕ ਹੁੰਦਾ ਹੈ ਕਿ ਪੋਥੀ ਖਤਰਨਾਕ ਹੁੰਦੀ ਹੈ? ਕਿਉਂਕਿ ਜਿਨ੍ਹਾਂ ਨੇ ਬਾਣੀ ਨੂੰ ਪੜ੍ਹਿਆ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੇ ਕੋਲੋਂ ਬਾਣੀ ਨੂੰ ਖੋਹਣਾ ਬਹੁਤ ਜ਼ਰੂਰੀ। ਘਰ ਵਿੱਚ ਬਾਣੀ ਰੱਖਣਾ ਗੁਨਾਹ ਸੀ, ਹਥਿਆਰ ਰੱਖਣਾ ਗੁਨਾਹ ਨਹੀਂ ਸੀ ਅੰਗਰੇਜ਼ ਦੇ ਹਿਸਾਬ ਨਾਲ। ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਹੱਦ ਹੋ ਗਈ ਹੈ, ਜੇ ਕਿਸੇ ਕੋਲ ਹਥਿਆਰ ਹੋਏਗਾ ਤਾਂ ਸਾਡੇ ਖਿਲਾਫ ਲੜੇਗਾ, ਪ੍ਰੋਟੈਸਟ ਕਰੇਗਾ, ਵਿਰੋਧ ਕਰੇਗਾ ਸਾਡਾ। ਉਹ ਕਹਿੰਦੇ ਜਿਹਦੇ ਹੱਥ ਵਿੱਚ ਹਥਿਆਰ ਹੋਏਗਾ ਉਹਦਾ ਹਥਿਆਰ ਜਿਹਦੇ ਤੇ ਮਰਜ਼ੀ ਚਲਾ ਲਿਓ, ਤੁਹਾਡੀ ਮਰਜ਼ੀ ਹੈ, ਪਰ ਜਿਹਦੇ ਕੋਲ ਬਾਣੀ ਹੋਏਗੀ ਉਹਨੂੰ ਪਤਾ ਹੈ ਹਥਿਆਰ ਚਲਾਉਣਾ ਕਿੱਥੇ ਹੈ। ਐਵੇਂ ਨਹੀਂ 9 ਜਾਮਿਆਂ ਨੇ ਤਿਆਰੀ ਕਰਕੇ ਗਲ 'ਚ ਸ੍ਰੀ ਸਾਹਿਬ ਪਵਾਈ, 9 ਜਾਮਿਆਂ ਨੇ ਇਹਦੀ ਤਿਆਰੀ ਕਰਾਈ, 9 ਜਾਮਿਆਂ ਨੇ। ਤੇ 9 ਜਾਮਿਆਂ ਤੋਂ ਬਾਅਦ ਸਾਡੇ ਗਲ ਸ੍ਰੀ ਸਾਹਿਬ ਪਵਾਈ। ਕੀ ਪਤਾ ਸੀ ਕਲਗੀਆਂ ਵਾਲੇ ਨੂੰ ਜਿਹੜੀ ਸ੍ਰੀ ਸਾਹਿਬ ਮੈਂ 9 ਜਾਮੇ ਤਿਆਰੀ ਕਰਕੇ ਪਵਾਈ ਹੈ, ਕੱਲ ਨੂੰ ਗੁਰਦੁਆਰਿਆਂ 'ਚ ਸਿੱਖਾਂ ਨੇ ਇੱਕ ਦੂਜੇ ਦੇ ਖਿਲਾਫ ਹੀ ਕੱਢਣੀਆਂ ਨੇ। ਇਹ ਤਾਂ ਸੁਪਨਾ ਨਹੀਂ ਨਾ ਬਾਪੂ ਨੇ ਲਿਆ ਹੋਣਾ। ਕਿੰਨੀ ਤੇ ਆਪਣੇ ਵੱਲੋਂ ਤੇ ਪੂਰੀ ਤਿਆਰੀ ਕਰਕੇ ਪਵਾਈਆਂ ਸਾਡੇ ਗਲ ਵਿੱਚ, ਪਰ ਕੀ ਪਤਾ ਸੀ ਵੀ ਇੱਕ ਵੇਲਾ ਇਦਾਂ ਦਾ ਆ ਜਾਏਗਾ, ਵਕਤ ਇਦਾਂ ਦਾ ਆ ਜਾਏਗਾ, ਸਿੱਖ ਦੀ ਪੱਗ ਲਾਉਣ ਲਈ ਕੋਈ ਦੂਜਾ ਨਹੀਂ ਲੱਭਣਾ ਪੈਣਾ, ਸਿੱਖ ਨੇ ਸਿੱਖ ਦੀ ਪੱਗ ਲਾਉਣੀ ਹੈ। ਕਿਉਂ? ਕਿਉਂਕਿ ਸਾਡੇ ਇਰਾਦੇ, ਸਾਡਾ ਸੋਚਣਾ, ਸਾਡੇ ਮਾਈਂਡ ਦੇ ਸੈਟਅਪ ਨੇ ਜਿਹੜੇ, ਸਾਡਾ ਥਿੰਕ ਹੈ ਜਿਹੜਾ, ਉਹ ਸਾਰਾ ਕੁਝ ਚੇਂਜ ਕਰਤਾ ਅੱਜ ਅਗਲਿਆਂ ਨੇ। ਅੱਜ ਸਿੱਖ ਨੂੰ ਮਾਰਨ ਲਈ ਕਿਸੇ ਤਾਕਤ ਦੀ ਲੋੜ ਨਹੀਂ, ਅੱਜ ਸਿੱਖ ਹੀ ਸਿੱਖ ਨੂੰ ਮਾਰਨ ਲਈ ਬਹੁਤ ਹੈ। ਤੇ ਅਗਲੇ ਸਮਾਂ ਖਾਂਦੇ ਨੇ, ਅਗਲਿਆਂ ਕੋਲ ਬਹਿ ਕੇ ਮੌਕਾ ਦਿਓ ਇੱਕ ਵਾਰ, ਆਉਂਦੇ 10 ਸਾਲਾਂ 5 ਸਾਲਾਂ ਤੱਕ ਇੱਕ ਸਿੱਖ ਨਹੀਂ ਛੱਡਾਂਗੇ ਪੰਜਾਬ 'ਚ। ਕਿੱਡੇ ਵੱਡੇ ਸਾਡੇ ਨਾਲ ਧੋਖੇ ਹੋਏ ਨੇ, ਕਿੰਨੀ ਵਾਰ ਹੋਏ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਪਿਆਰ ਕਰਨਾ ਸਿੱਖੋ। ਗੋਰਿਆਂ ਨੂੰ ਇਸ ਗੱਲ ਦੀ ਸਮਝ ਸੀ, ਹਰ ਪੰਜਾਬ ਦੇ ਦੁਸ਼ਮਣ ਨੂੰ ਇਸ ਗੱਲ ਦਾ ਪਤਾ ਹੈ ਵੀ ਸਿੱਖ ਉਦੋਂ ਹੀ ਮਰੇਗਾ ਜਦੋਂ ਬਾਣੀ ਤੋਂ ਦੂਰ ਹੋਏ। ਜੇ ਨਹੀਂ ਪਤਾ ਤੇ ਇਸ ਗੱਲ ਦਾ ਸਿਰਫ ਸਾਨੂੰ ਹੀ ਨਹੀਂ ਪਤਾ ਵੀ ਬਾਣੀ ਤੋਂ ਦੂਰ ਹੋ ਕੇ ਮਰ ਜਾਵਾਂਗੇ ਅਸੀਂ ਪਤਾ ਕੀ ਕਹਿੰਦੇ ਆ, ਮਾਡਰਨ ਯੁੱਗ ਹੈ, ਪੜ੍ਹਿਆ ਲਿਖਿਆਂ ਦਾ ਜ਼ਮਾਨਾ ਹੈ। ਅੱਜ ਬਾਣੀ ਦੀ ਉਹ ਗੱਲ ਨਹੀਂ ਰਹੀ। ਕਿੰਨੇ ਸਾਡੇ ਬੰਦੇ ਕਈ ਵਾਰ ਕਹੀ ਜਾਂਦੇ ਨੇ ਬਾਣੀ ਗੁਲਾਮ ਬਣਾਉਂਦੀ ਹੈ ਸਾਨੂੰ, ਬਾਣੀ ਗੁਲਾਮ ਬਣਾਉਂਦੀ ਹੈ। ਨਹੀਂ ਭਾਈ, ਬਾਣੀ ਗੁਲਾਮ ਨਹੀਂ ਬਣਾਉਂਦੀ, ਬਾਣੀ ਅਸਲ ਵਿੱਚ ਆਜ਼ਾਦ ਕਰਦੀ ਹੈ। ਅਸਲ ਵਿੱਚ ਬਾਣੀ ਆਜ਼ਾਦ ਕਰਦੀ ਹੈ। ਖੰਡੇ ਬਾਟੇ ਦੀ ਪੌਲ ਦਾ ਜ਼ਿਕਰ ਜਦੋਂ ਹੁੰਦਾ ਹੈ ਤੇ ਕਿੰਨੇ ਲੋਕ ਕਹਿੰਦੇ ਨੇ ਅਜੇ ਨਹੀਂ ਛਕਣੀ, ਪੁੱਤ ਪੋਤਰੇ ਦਾ ਵਿਆਹ ਕਰ ਲਈਏ ਫਿਰ ਛਕ ਲਾਂਗੇ। ਮੈਨੂੰ ਇਹ ਦੱਸੋ, ਕਿਰਪਾਨ ਵਿਆਹ ਵਿੱਚ ਅੜਕਣ ਕਿੱਥੇ ਪਾਉਂਦੀ ਹੈ? ਖੰਡੇ ਬਾਟੇ ਦੀ ਪੌਲ ਵਿਆਹ ਵਿੱਚ ਮੁਸ਼ਕਲ ਕਿੱਥੇ ਖੜੀ ਕਰਦੀ ਹੈ? ਖੰਡੇ ਬਾਟੇ ਦੀ ਪਾਹੁਲ ਜਦੋਂ ਅਸੀਂ ਲੈਨੇ ਆ
ਤੇ ਜੇ ਮੁਸ਼ਕਲ ਖੜੀ ਕਰੇਗੀ ਤੇ ਦਾਜ ਲੈਣ ਵਿੱਚ ਕਰੇਗੀ ਨਾ, ਤੇ ਦਾਜ ਸਾਡਾ ਕਨਸੈਪਟ ਹੀ ਨਹੀਂ ਹੈ। ਜੇ ਖੰਡੇ ਬਾਟੇ ਦੀ ਪੌਲ ਮੁਸ਼ਕਲ ਖੜੀ ਕਰੇਗੀ ਤੇ ਮੁਸ਼ਕਲ ਕਰੇਗੀ ਸ਼ਰਾਬ ਪੀਣ ਤੇ, ਨਸ਼ੇ ਤੇ ਪਾਬੰਦੀ ਲਾਏਗੀ ਤੇ ਨਸ਼ਾ ਸਾਡਾ ਵਿਸ਼ਾ ਹੀ ਨਹੀਂ ਹੈ। ਜੇ ਖੰਡੇ ਬਾਟੇ ਦੀ ਪੌਲ ਪਾਬੰਦੀ ਲਾਏਗੀ ਤੇ ਮਾੜੀਆਂ ਚੀਜ਼ਾਂ ਤੇ ਲਾਏਗੀ ਨਾ, ਇਹਦਾ ਮਤਲਬ ਹੈ ਅਸੀਂ ਖੁਦ ਪ੍ਰਵਾਨ ਕਰ ਬੈਠੇ ਹਾਂ ਵੀ ਸਾਨੂੰ ਮਾੜੀਆਂ ਚੀਜ਼ਾਂ ਚਾਹੀਦੀਆਂ ਨੇ, ਇਸ ਕਰਕੇ ਅਜੇ ਖੰਡੇ ਬਾਟੇ ਦੀ ਪੌਲ ਦੀ ਲੋੜ ਨਹੀਂ ਹੈ। ਤੇ ਗੁਰੂ ਕੇ ਪਿਆਰਿਓ, ਸਾਬੋ ਕੀ ਤਲਵੰਡੀ ਤੁਹਾਡੇ ਲਾਗੇ ਹੈ। ਮੈਨੂੰ ਦੱਸਿਓ, ਸਾਡੇ ਗੁਰੂ ਸਾਹਿਬ ਜੀ ਵਰਗਾ ਸੱਚਾ ਦੁਨੀਆ ਤੇ ਕੋਈ ਹੋਣਾ ਹੈ ਭਲਾ? ਉੱਚੀ ਬੋਲ ਕੇ ਦੱਸਿਓ, ਨਹੀਂ ਹੋਣਾ। ਕਲਗੀਆਂ ਵਾਲੇ ਵਰਗਾ ਸੱਚਾ ਦੁਨੀਆ ਤੇ ਕੋਈ ਨਹੀਂ ਹੋਣਾ। ਇਹ ਦੂਜਿਆਂ ਨੇ ਵੀ ਲਿਖਿਆ, ਇਹ ਹਰ ਇੱਕ ਨੇ ਕਲਗੀਆਂ ਵਾਲੇ ਪਾਤਸ਼ਾਹ ਬਾਰੇ ਲਿਖਿਆ ਵੀ ਦਸ਼ਮੇਸ਼ ਪਿਤਾ ਜੀ ਵਰਗਾ ਦੁਨੀਆ ਤੇ ਕੋਈ ਹੋਣਾ ਨਹੀਂ। ਕਾਗਜ਼ ਕਲਮ ਦੇ ਨਾਲ ਕਲਗੀਆਂ ਵਾਲੇ ਦੀ ਤਾਰੀਫ ਨਹੀਂ ਕੀਤੀ ਜਾ ਸਕਦੀ, ਹੋ ਹੀ ਨਹੀਂ ਸਕਦਾ। ਕਲਗੀਆਂ ਵਾਲੇ ਨੇ ਕੀ ਕਿਹਾ ਸੀ ਸਾਬੋ ਕੀ ਤਲਵੰਡੀ ਧਰਤੀ ਤੇ? ਜਦੋਂ ਸਰਬੰਸ ਵਾਰ ਕੇ ਬਾਪੂ ਸਾਬੋ ਕੀ ਤਲਵੰਡੀ ਪਹੁੰਚਿਆ ਨਾ, ਤੇ ਕੀ ਕਿਹਾ ਸੀ ਉਹਨੇ? ਜਦੋਂ ਮਾਤਾ ਜੀ ਨੇ ਪੁੱਛਿਆ ਸੀ ਮੇਰੇ ਅਜੀਤ ਤੇ ਜੁਝਾਰ ਨਹੀਂ ਦਿਸਦੇ, ਤੇ ਬਾਪੂ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ ਸੀ ਇਨ ਪੁੱਤਰਨ ਕਹਿ। ਆ ਜਿਹੜੇ ਬੈਠੇ ਨੇ ਨਾ, ਇਹਨਾਂ ਨੂੰ ਅਜੀਤ ਜੁਝਾਰ ਹੀ ਸਮਝ। ਇਨ ਪੁੱਤਰਨ ਕਹਿ ਸੀਸ ਪੈ ਵਾਰ ਦੀਏ ਸਤ ਚਾਰ, ਚਾਰ ਮੋਏ ਤੋਂ ਜੀਵਤ ਕਈ। ਕੀ ਹੋਇਆ ਜੇ ਚਾਰ ਨਹੀਂ ਦਿਸਦੇ? ਤਾਂ ਸਾਰੇ ਵੇਖ ਤੇਰੇ ਅਜੀਤ ਹੀ ਨੇ, ਜੁਝਾਰ ਹੀ ਨੇ। ਤੇ ਮਾਤਾ ਜੀ ਨੇ ਮਾਣ ਨਾਲ ਕਿਹਾ ਹੋਏਗਾ, ਸਿਰ ਦੇ ਸਾਈਆਂ ਸ਼ੁਕਰ ਹੈ, ਚਾਰ ਦੇ ਕੇ ਹਜ਼ਾਰਾਂ ਮੇਰੇ ਪੁੱਤ ਬਣਾ ਦਿੱਤੇ ਨੇ। ਹੌਕਾ ਨਹੀਂ ਲਿਆ ਬੇਬੇ ਨੇ, ਸਾਡੀ ਮਾਂ ਰੋਈ ਨਹੀਂ। ਅਸੀਂ ਇਤਿਹਾਸ ਦੀ ਹਰ ਕੜੀ ਨੂੰ ਆਪਣੇ ਢੰਗ ਨਾਲ ਪੇਸ਼ ਕੀਤਾ। ਜਿਹੜਾ ਕਾਇਰ ਤੇ ਬੁਜ਼ਦਿਲ ਬੰਦਾ ਹੈ, ਉਹ ਕਲਗੀਆਂ ਵਾਲੇ ਦਾ ਇਤਿਹਾਸ ਨਾ ਪੜ੍ਹ ਸਕਦਾ ਤੇ ਨਾ ਸੁਣਾ ਸਕਦਾ। ਉਹਦੇ ਵੱਸ ਦੀ ਗੱਲ ਹੀ ਨਹੀਂ ਕਲਗੀਆਂ ਵਾਲੇ ਦੇ ਇਤਿਹਾਸ ਦੀ ਬਾਤ ਪਾ ਲੈ। ਅਸੀਂ ਤੇ ਬਹੁਤ ਸੰਕੁਰਨ ਜੀ ਮਾਤਰਾ ਨਾਲ ਸਮਝਦੇ ਹਾਂ ਗੱਲਾਂ ਨੂੰ। ਤੇ ਬਾਪੂ ਨੇ ਕਿਹਾ ਕੀ ਹੋਇਆ ਜੇ ਚਾਰ ਨਹੀਂ ਰਹੇ? ਕਿ ਤੇਰੇ ਆਪਣੇ ਅਜੀਤ ਤੇ ਜੁਝਾਰ ਹੀ ਨੇ। ਮੈਨੂੰ ਦੱਸਿਓ ਭਲਾ, ਸੱਚੀ ਮੁੱਚੀ ਆਪਣੇ ਚੋਂ ਕਿੰਨੇ ਆਪਣੇ ਆਪ ਵਿੱਚ ਏਦਾਂ ਸੀਨੇ ਤੇ ਹੱਥ ਮਾਰ ਕੇ ਕਹਿਣਗੇ ਕਲਗੀਆਂ ਵਾਲਿਆ ਮੈਂ ਤੇਰਾ ਅਜੀਤ ਆ, ਮੈਂ ਤੇਰਾ ਜੁਝਾਰ ਆ, ਮੈਂ ਤੇਰਾ ਜੋਰਾਵਰ ਆ, ਮੈਂ ਤੇਰਾ ਫਤਿਹ ਸਿੰਘ ਆ? ਕਹਿ ਸਕਦੇ ਹਾਂ ਅਸੀਂ? ਕਦੀ ਵੀ ਨਹੀਂ ਕਹਿ ਸਕਦੇ। ਮੈਨੂੰ ਦੱਸਿਓ ਭਲਾ, ਜੇ ਦੁਨੀਆ ਦੇ ਅੰਦਰ ਕਲਗੀਆਂ ਵਾਲਿਆਂ ਨੂੰ ਝੂਠਾ ਪਾਇਆ ਕਿਸੇ ਨੇ ਤੇ ਉਹ ਕਿਹਨੇ ਪਾਇਆ ਭਲਾ? ਸੱਚੀ ਰੂਹ ਨਹੀਂ ਕੰਬਦੀ ਕਈ ਵਾਰ? ਦੁਨੀਆ ਦੀ ਤਾਕਤ ਝੂਠੀ ਪਾ ਸਕਦੀ ਸੀ ਸਾਡੇ ਬਾਪੂ ਨੂੰ ਕਿਤੇ? ਤੇ ਸਿੱਖਾ ਤੂੰ ਪਾਤਾ ਝੂਠਾ ਆਪਣੇ ਗੁਰੂ ਨੂੰ। ਗੁਰੂ ਸਾਹਿਬ ਤੇ ਮਾਣ ਕਰਕੇ ਗਏ ਸੀ ਇਹ ਮੇਰੇ ਆਪਣੇ ਪੁੱਤ ਨੇ, ਮੈਂ ਸੌਦਾ ਕੀਤਾ, ਇਹ ਆਪਣੇ ਬੱਚੇ ਨੇ ਮੇਰੇ। ਇਹਨਾਂ ਤੇ ਅਜੀਤ ਜੁਝਾਰ ਵਿੱਚ ਕੋਈ ਫਰਕ ਨਹੀਂ ਹੈ। ਤੇ ਉਹਨਾਂ ਲਾਸ਼ਾਂ ਦੇ ਲਾਗੋਂ ਲੰਘਣ ਲੱਗਿਆ ਵੀ ਫਰਕ ਨਹੀਂ ਸੀ ਪੈਣ ਦਿੱਤਾ। ਮੈਂ ਕੱਲ ਦੇ ਦੀਵਾਨ ਵਿੱਚ ਬੇਨਤੀ ਕੀਤੀ ਸੀ। ਪਰ ਨਾ, ਇਤਿਹਾਸ ਨੇ ਆਪਣੀ ਚਾਲੇ ਚੱਲਦਿਆਂ ਸਾਡੇ ਜ਼ਿਹਨ ਵਿੱਚੋਂ, ਸਾਡੇ ਦਿਲੋਂ ਦਿਮਾਗ ਵਿੱਚੋਂ ਸਾਰੀਆਂ ਚੀਜ਼ਾਂ ਦੂਰ ਕਰ ਦਿੱਤੀਆਂ। ਅੱਜ ਸਿੱਖ ਦਾ ਦੁਸ਼ਮਣ ਬਣਿਆ ਬੈਠਾ। ਖੰਡੇ ਬਾਟੇ ਦੀ ਪੌਲ ਇੱਥੇ ਮੈਨੂੰ ਲੱਗਦਾ ਜ਼ਿਆਦਾ ਨਹੀਂ ਤੇ 15-16 ਤਰ੍ਹਾਂ ਦੀਆਂ ਤੇ ਖੰਡੇ ਬਾਟੇ ਦੀਆਂ ਪੌਲ ਹੋਣੀਆਂ ਨੇ। 15 ਤਰ੍ਹਾਂ ਦੀ ਖੰਡੇ ਬਾਟੇ ਦੀ ਪੌਲ ਹੈ। ਇੱਕ ਜਥੇਬੰਦੀ ਤੋਂ ਬੰਦਾ ਖੰਡੇ ਬਾਟੇ ਦੀ ਪੌਲ ਲੈ ਆਵੇ, ਦੂਜੇ ਜਥੇਬੰਦੀ ਦੇ ਬੰਦੇ ਨਾਲ ਫਤਿਹ ਨਹੀਂ ਬੁਲਾਉਂਦਾ। ਉਹ ਬਕਾਇਦਾ ਕਹਿੰਦਾ ਵੀ ਇਹਨਾਂ ਨੂੰ ਫਤਿਹ ਨਹੀਂ ਬੁਲਾਉਣੀ ਅੱਜ ਤੋਂ ਬਾਅਦ। ਇੱਕ ਜਥੇਬੰਦੀ ਤੋਂ ਬੰਦਾ ਅੰਮ੍ਰਿਤ ਛਕ ਕੇ ਤੇ ਦੂਜੇ ਜਥੇਬੰਦੀ ਦੇ ਬੰਦੇ ਦੇ ਲਾਗੇ ਬਹਿਣ ਲਈ ਰਾਜ਼ੀ ਨਹੀਂ ਹੈ। ਤੇ ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਿੱਖ ਸਾਜਿਆ, ਜਦੋਂ ਵੱਡੇ ਸਾਹਿਬਜ਼ਾਦਿਆਂ ਦੇ ਅਸੀਂ ਸ਼ਹਾਦਤ ਦੀ ਗੱਲ ਕੱਲ ਕੀਤੀ ਸੀ, ਤੇ ਜਦੋਂ ਤੁਸੀਂ ਇਤਿਹਾਸ ਦੇ ਪੰਨਿਆਂ ਨੂੰ ਧਿਆਨ ਨਾਲ ਵੇਖਣਾ ਹੈ ਤੇ ਗੁਰੂ ਕੇ ਪਿਆਰ ਵਾਲਿਓ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਦੇ ਨਾਲ ਗੰਗੂ ਦੇ ਆਖੇ ਲੱਗ ਕੇ ਸੂਬੇ ਸਰਹੰਦ ਦੀ ਕਚਹਿਰੀ ਤੱਕ ਪਹੁੰਚ ਗਏ। ਉਹ ਆਪਣੇ ਘਰ ਲੈ ਗਿਆ। ਮਾਇਆ ਦਾ ਲਾਲਚ ਆਇਆ, ਮਰਿੰਡੇ ਦੇ ਥਾਣੇ ਜਾ ਕੇ ਉਹਨੇ ਕਿਹਾ ਵੀ ਸਾਹਿਬਜ਼ਾਦੇ ਮੇਰੇ ਘਰ ਵਿੱਚ ਨਹੀਂ। ਇੱਕ ਬੇਨਤੀ ਹੋਰ ਧਿਆਨ ਨਾਲ ਸਮਝ ਲਿਓ, ਸੱਚ ਸੱਚ ਨਹੀਂ ਹੁੰਦਾ ਤੇ ਝੂਠ ਝੂਠ ਨਹੀਂ ਹੁੰਦਾ। ਸ਼ਬਦਾਂ ਨਾਲ ਨਹੀਂ ਫੈਸਲਾ ਹੋਏਗਾ ਵੀ ਸੱਚ ਕੀ ਹੁੰਦਾ ਤੇ ਝੂਠ ਕੀ ਹੁੰਦਾ। ਉਹਦਾ ਸਿਨੈਰੀਓ, ਉਹਦੇ ਪਿੱਛੇ ਦੀ ਸਾਰੀ ਭਾਵਨਾ ਦੱਸੇ ਵੀ ਸੱਚ ਕੀ ਹੁੰਦਾ ਤੇ ਝੂਠ ਕੀ ਹੁੰਦਾ।
ਸਾਹਿਬਜ਼ਾਦਿਆਂ ਬਾਰੇ ਗੰਗੂ ਨੇ ਜਾ ਕੇ ਕਿਹਾ ਮੇਰੇ ਘਰ ਸਾਹਿਬਜ਼ਾਦੇ ਨੇ। ਇਹ ਸੱਚ ਬੋਲਿਆ ਸੀ ਉਹਨੇ, ਪਰ ਉਹਦਾ ਸੱਚ ਗੰਗੂ ਨੂੰ ਪਾਪੀ ਬਣਾ ਗਿਆ। ਅਸੀਂ ਅੱਜ ਤੱਕ ਗੰਗੂ ਨੂੰ ਪਾਪੀ ਕਹਿੰਦੇ ਆ ਉਹਦੇ ਸੱਚ ਬੋਲਣ ਕਰਕੇ। ਤੇ ਗਨੀ ਖਾਨ ਨਬੀ ਖਾਨ ਨੇ ਜਦੋਂ ਆਪਣੇ ਮੋਢਿਆਂ ਤੇ ਬਿਠਾ ਕੇ ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਨੂੰ ਮਾਛੀਵਾੜੇ ਦੇ ਜੰਗਲ ਵਿੱਚੋਂ ਬਾਹਰ ਕੱਢਿਆ ਸੀ, ਉਹਨਾਂ ਕਿਹਾ ਸੀ ਸਾਡੇ ਮੋਢਿਆਂ ਤੇ ਸਾਈਂ ਹੈ, ਸਿਰ ਉੱਚ ਦਾ ਪੀਰ ਹੈ, ਇਹ ਕਲਗੀਆਂ ਵਾਲਾ ਨਹੀਂ ਹੈ। ਉਹਨਾਂ ਦੇ ਸ਼ਬਦ ਝੂਠੇ ਸਨ, ਭਾਵਨਾ ਬੜੀ ਸੱਚੀ ਸੀ। ਇਸ ਕਰਕੇ ਉਹਨਾਂ ਦੇ ਝੂਠ ਨੇ ਭਾਈ ਗਨੀ ਖਾਨ ਤੇ ਨਬੀ ਖਾਨ ਲਈ ਮਾਣ ਪੈਦਾ ਕਰਤਾ ਸਾਡੇ ਦਿਮਾਗ ਵਿੱਚ, ਤੇ ਗੰਗੂ ਦਾ ਬੋਲਿਆ ਸੱਚ ਸਾਡੇ ਲਈ ਗੰਗੂ ਨੂੰ ਪਾਪੀ ਬਣਾ ਗਿਆ। ਡਿਪੈਂਡ ਕਰਦਾ ਤੁਸੀਂ ਕਿੱਦਾਂ ਬੋਲਦੇ ਹੋ, ਕਿਹੜੀ ਭਾਵਨਾ 'ਚ ਬੋਲਦੇ ਹੋ, ਜਾਂ ਉਹਦੇ ਪਿੱਛੇ ਤੁਹਾਡੀ ਮਨਸ਼ਾ ਕੀ ਹੁੰਦੀ ਹੈ। ਜੇ ਤੁਹਾਡਾ ਸੱਚ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਉਸ ਵੇਲੇ ਮੈਨੂੰ ਲੱਗਦਾ ਸੱਚ ਬੋਲਣ ਦੀ ਜਗ੍ਹਾ ਝੂਠ ਬੋਲ ਲੈਣਾ 100 ਦਰਜੇ ਚੰਗਾ ਹੁੰਦਾ, ਜਿਵੇਂ ਉਸ ਵੇਲੇ ਗਨੀ ਖਾਨ ਤੇ ਨਬੀ ਖਾਨ ਨੇ ਬੋਲਿਆ। ਇਹ ਨਾ ਕਹੀਏ ਵੀ ਅਸੀਂ ਸੱਚ ਹੀ ਬੋਲੇ। ਖੈਰ ਸਾਹਿਬਜ਼ਾਦੇ ਤੁਰੇ ਜਾਂਦੇ ਨੇ ਤੇ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ, ਉਹ ਕਹਿੰਦਾ ਵੀ ਅੱਲਾ ਯਾਰ ਖਾਂ ਜੋਗੀ ਕਹਿੰਦਾ ਜਦੋਂ ਬੱਚੇ ਤੁਰੇ ਜਾਂਦੇ ਨੇ ਨਾ ਤੇ ਉਹਨਾਂ ਨੂੰ ਭਰਾਵਾਂ ਦੀ ਯਾਦ ਆਉਂਦੀ, ਵੱਡੇ ਭਰਾ ਦੀ ਯਾਦ ਆਉਂਦੀ ਹੈ, ਪਿਤਾ ਦੀ ਯਾਦ ਆਉਂਦੀ। ਛੋਟੇ ਛੋਟੇ ਬੱਚੇ ਸਨ ਤੇ ਤੁਰੇ ਜਾਂਦੇ ਜਾਂਦੇ ਗੱਲਾਂ ਕਰਦੇ ਨੇ, ਦਰਿਆ पे हमको छोड़कर सिपाही किधर गए। कहते किधर चले गए, आनंदपुरों ते असी बड़े जने तुरे सा। अब्बा भगा के लश्कर शाही किधर गए। पिता जी साडे, वो अब्बा लिखता है क्योंकि इस्लाम नाल संबंधित है, पिता जी शाही लश्कर लैके किधर नूं चले गए। भाई भी हमको भूल गए, भरा भी भुल गए सानू, उन्होंने भी साडा चेता नहीं आउंदा। फिर वो लिखता है, वो कहता जंग जीत कर जब तशरीफ अजीत लाएंगे, हर एक से करके गिला हम रूठ जाएंगे। फतेह सिंह ने तो तोतलियां जवान नाल गल्लां करदा जांदा, जदों साडे भरा जंग जित के आउणगे ना असीं गिला करके रुस जाने उन्हां नाल। कभी भाई कभी पिता मनाएंगे, मानेंगे ना हम, उन्हां मनाउणा है असीं मनना नहीं। वो गल्लां करनगे असीं गल नहीं करनी भी तुसीं भुल गए असीं सानू। अल्लाह यार खां जोगी लिखदा, बच्चों की गुफ्तगू सुनी जो दादी माँ, दादी माँ नाल नाल तुरी जांदी सी ना, बच्चियां दी गुफ्तगू जदों सुणदी है दादी माँ ते ओहदियां अखां विचों मल्लो मल्ली हंझू छलक पैंदे। उन्होंने पता सी भी हुण ते दोबारा मिलाप होना नहीं, माता गुजर कौर जी जानते सी। अखीर सूबे सरहद नूं ठंडे बुरज विच, वैसे पोह दीआं रातां विच जदों ठंड लगे ते ये ना क्या करो भी ठंड बड़ी है, ये क्या करो धन कलगियां वालिया तेरा जिगरा किड्डा वड्डा है। पोह दे महीने च कदी ना क्या करो ठंड बहुत। पोह च जदों ठंड लगे ना उस वेले कलगियां वाले नूं याद करया करो, धन कलगियां वालिया। इन्हां दिनां च ना वैसे तुसीं कदी सरहंद जाके ना, कदी आनंदपुर जाके, चमकौर दी गढ़ी जाके फील करके वेखियो, अपना अपना रिश्ता बना के वेखियो। 20 दसंबर की रात 6 पोह 20 दसंबर की रात नूं मेरे दातार सच्चे पातशाह जी ने परिवार नाल आनंदपुर का किला छड्डिया। मैं बड़ी बार बेनती करता हुन्ना, जदों मैं साहिबजादियां की बात किते पढ़दा, जदों बात पाउना, मैं कहना भी जदों असीं अपने घरों तुरन लगदे आ ना अज दे दिनां च, ते गड्डी च असीं हर तरह का समान रख लैंदे आ भी राह किते किसी तरह की मुश्किल ना आवे। ते सानू ये पता हुंदा है भी असीं इस जगह तो तुरना है ते इस जगह ते पहुंचना है। सानू तुरन दा भी थां पता हुंदा है, तुर रहे हुंदे आ, ते जिथे पहुंचना हुंदा है उत्थे भी पता हुंदा है, ते अगलियां नूं दस्सिया हुंदा है भी असीं इन्ने चिर बाद आ जाना है। साजो समान लैके तुरदे आ, पर फिर भी कहने आ ठंड है बच के जाओ। ते जे कोई छोटा बच्चा होवे ना नाल किते, बच्चों नूं लैके कई बार मावां जदों ठंड के दिनां च जांदियां ते घर दा कल्ला कल्ला मैंबर कहंदा बच्चे नूं ठंड ना लवा लिओ किते, इन्हां दिनां दी लगी ठंड दोबारा छेती सैट नहीं हुंदी। ते उधर आनंदपुर नूं 8 महीने हो गए ही लगातार घेरा पै नूं, इन्हां दिनां च 8 महीने। मेरे दादे कोल अखीर इहो ही राह सी आनंदपुर दा किला छड्डिया जाए। ते जदों उस इतिहास नूं पढ़ीदा है ना, मैं जदों सोचदा किते
ਵੀ ਜੇ ਮੈਨੂੰ ਮੰਨ ਲਓ 20 ਦਸੰਬਰ ਨੂੰ ਕਿਤੇ ਇੱਦਾਂ ਇਕੱਲੇ ਨੂੰ ਘਰ ਛੱਡਣਾ ਪੈ ਜਾਏ ਤੇ ਪਤਾ ਲੱਗੇ ਵੀ ਦੁਬਾਰਾ ਘਰ ਨਹੀਂ ਪਰਤਣਾ, ਤੇ 4 ਸਫੇਰੇ ਦੁਸ਼ਮਣ ਐਲੀ ਐਲੀ ਕਰਦਾ ਫਿਰਦਾ ਹੈ, ਮੇਰੇ 'ਚ ਤੇ ਜਿਗਰਾ ਹੈ ਨਹੀਂ, ਮੈਂ ਘਰ ਛੱਡ ਦੇ। ਗੱਲ ਕਰਨੀ ਬਹੁਤ ਸੌਖੀ ਹੈ, ਸੁਣਨੀ ਸੁਣਾਉਣੀ ਤੇ ਬੜੀ ਸੌਖੀ ਹੈ, ਪਰ ਜੇ ਹੰਡਾਉਣੀ ਹੋਵੇ ਤਾਂ ਸੌਖੀ ਗੱਲ ਪਈ ਹੈ ਕਿਤੇ। ਤੇ ਖਾਸ ਕਰਕੇ ਉਦੋਂ ਜਦੋਂ ਬੱਚੇ ਵੀ ਨਾਲ ਹੋਣ ਨਿੱਕੇ ਨਿੱਕੇ। ਮੇਰੇ ਦਾਤੇ ਨੇ ਛੱਡਿਆ ਆਨੰਦਪੁਰ ਦਾ ਕਿਲ੍ਹਾ, ਠਰੂ ਠਰੂ ਕਰਦੇ ਸਿੱਖ ਤੁਰੇ ਜਾਂਦੇ ਨੇ, ਪਰ ਉਸ ਰੱਬ ਦੇ ਭਾਣੇ ਵਿੱਚ ਨੇ। ਤੇ ਅਖੀਰ 3-4 ਦਿਨਾਂ ਦੇ ਸਫ਼ਰ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਕਿੱਥੇ ਬਿਠਾਇਆ? ਠੰਡੇ ਬੁਰਜ ਵਿੱਚ। ਥਾਂ ਕਿਹੜੀ ਚੁੜੀ ਉਹਨੂੰ ਬਿਠਾਉਣ ਵਾਸਤੇ? ਠੰਡਾ ਬੁਰਜ। ਇਹਨੂੰ ਠੰਡਾ ਬੁਰਜ ਕਿਉਂ ਕਹਿੰਦੇ ਸਨ? ਇਹ ਜੇਠ ਹਾੜ ਦੇ ਦਿਨਾਂ ਵਿੱਚ, ਪੂਰੇ ਭਰ ਗਰਮੀ ਦੇ ਦਿਨਾਂ ਵਿੱਚ ਇਹਦੇ ਨਾਲ ਦੀ ਨਦੀ ਵਗਦੀ, ਉਹਦੇ 'ਚ ਪਾਣੀ ਵਗਦਾ ਸੀ। ਤੁਸੀਂ ਅੱਜ ਵੀ ਜਾਣੋ, ਜਿੱਥੇ ਪਾਣੀ ਵਗਦਾ ਹੋਵੇ ਤੇ ਗਰਮੀ ਦੇ ਦਿਨਾਂ ਵਿੱਚ ਜਿਹੜੀ ਪਾਣੀ ਵਾਲੇ ਬੰਨਿਓ ਹਵਾ ਆਉਂਦੀ ਉਹ ਠੰਡੀ ਆਉਂਦੀ ਹੁੰਦੀ ਹੈ। ਕੂਲਰ ਵਿੱਚੋਂ ਤਾਂ ਹੀ ਹਵਾ ਠੰਡੀ ਆਉਂਦੀ। ਤੇ ਬਾਦਸ਼ਾਹ ਜਿਹੜੇ ਵੱਡੇ ਲੋਕ ਹੁੰਦੇ ਸਨ, ਰਾਜੇ ਮਹਾਰਾਜੇ ਹੁੰਦੇ ਸਨ, ਉਹ ਗਰਮੀ ਦੇ ਦਿਨਾਂ ਵਿੱਚ ਲੁਤਫ ਲੈਣ ਵਾਸਤੇ, ਜ਼ਿੰਦਗੀ ਨੂੰ ਇੰਜੋਏ ਕਰਨ ਵਾਸਤੇ ਇਹੋ ਜਿਹੀਆਂ ਥਾਵਾਂ ਬਣਾਉਂਦੇ ਹੁੰਦੇ ਸਨ, ਕ੍ਰੀਏਟ ਕਰਦੇ ਹੁੰਦੇ ਸਨ। ਜਿਹੜੇ ਭਰ ਗਰਮੀ ਦੇ ਦਿਨਾਂ ਵਿੱਚ ਉੱਥੇ ਬਹਿੰਦੇ ਸਨ, ਉੱਥੇ ਪੋਹ ਦੇ ਦਿਨਾਂ ਵਿੱਚ ਆਹ ਦਿਨ ਨੇ ਨਾ ਜਿਹੜੇ, ਮੈਂ ਅੱਜ ਹੀ ਵੀਰਾਂ ਨਾਲ ਦਿਨੇ ਗੱਲ ਕਰਦਾ ਸੀ ਵੀ ਜੇ ਕੋਈ ਬੰਦਾ ਰਜਾਈ 'ਚ ਏਦਾਂ ਹੱਥ ਪੈਰ ਨਿੱਘੇ ਕਰਕੇ ਬੈਠਾ ਹੋਵੇ ਤੇ ਬਾਹਰੋਂ ਆਣ ਕੇ ਕੋਈ ਏਦਾਂ ਠਰੇ ਹੱਥ ਲਾ ਦੇ ਤੇ ਕਈ ਵਾਰ ਬੰਦਾ ਗਲ ਪੈਣ ਤੱਕ ਜਾਂਦਾ ਉਹਦੇ। ਹਾਲਾਂਕਿ ਆਪਣੇ ਨੇ ਕੋਈ ਮਾਤਾ ਨੇ ਲਾਤਾ ਹੋਣਾ, ਭਰਾ ਨੇ ਲਾਤਾ ਹੋਣਾ, ਉਹ ਕਹਿੰਦਾ ਤੈਨੂੰ ਦਿਸਦਾ ਨਹੀਂ ਮੇਰੇ ਨਿੱਘੇ ਹੱਥ ਨੇ, ਤੂੰ ਠਰੇ ਹੱਥ ਲਾ ਦਿੱਤੇ। ਤੇ ਫੀਲ ਕਰਕੇ ਵੇਖੋ ਇਹਨਾਂ ਦਿਨਾਂ 'ਚ ਠੰਡੇ ਬੁਰਜ ਵਿੱਚ ਮਾਤਾ ਗੁਜਰ ਕੌਰ ਜੀ, 80 ਸਾਲ ਦੀ ਬਜ਼ੁਰਗ ਸਾਡੀ ਬੇਬੇ, ਤੇ 7 ਤੇ 9 ਸਾਲ ਦੇ। ਉੱਚੀ ਬੋਲ ਕੇ ਮੈਨੂੰ ਦੱਸਿਓ, ਠੰਡ ਸਭ ਤੋਂ ਵੱਧ ਕਿਹਨੂੰ ਲੱਗਦੀ ਹੈ ਭਲਾ? ਜਾਂ ਬੱਚਿਆਂ ਨੂੰ? ਤੇ ਸਾਡੇ ਦੋਵੇਂ ਹੀ ਸਨ। ਜਾਂ ਬੱਚਿਆਂ ਨੂੰ ਲੱਗਦੀ ਹੈ ਤੇ ਜਾਂ ਬਜ਼ੁਰਗਾਂ ਨੂੰ ਲੱਗਦੀ ਹੈ। ਤੇ ਬੱਚੇ ਵੀ ਛੋਟੇ ਛੋਟੇ ਤੇ ਬਜ਼ੁਰਗ, ਪਰ ਹਾਂ ਸਾਨੂੰ ਕਲਗੀਆਂ ਵਾਲੇ ਦੇ ਪੁੱਤ। ਫਰਕ ਸਿਰਫ ਇੰਨਾ ਸੀ ਵੀ ਉਹ ਪੁੱਤ ਕਲਗੀਆਂ ਵਾਲੇ ਦੇ ਸਨ, ਔਰ ਬੜੇ ਲਾਡਲੇ ਸਨ, ਬੜੇ ਪਿਆਰੇ ਸਨ। ਜੇ ਅਜੀਤ ਸਿੰਘ ਨੂੰ ਤੁਸੀਂ, ਜ਼ੋਰਾਵਰ ਸਿੰਘ ਨੂੰ, ਫਤਿਹ ਸਿੰਘ ਨੂੰ ਕਲਗੀਆਂ ਵਾਲੇ ਨਾਲ ਪਿਆਰ ਕਰਦਿਆਂ ਵੇਖੋਗੇ, ਤੁਹਾਨੂੰ ਨਹੀਂ ਲੱਗਦਾ ਵੀ ਉਹ ਕਲਗੀਆਂ ਵਾਲੇ ਨੂੰ ਪਿਆਰ ਕਰਦੇ ਹੋਣਗੇ? ਉਹ ਵੀ ਭੱਜ ਕੇ ਗਲਵਕੜੀ 'ਚ ਜਾਂਦੇ ਹੋਣੇ ਕਲਗੀਆਂ ਵਾਲੇ ਦੇ, ਜੱਫੀ 'ਚ ਘੁੱਟਦੇ ਹੋਣੇ ਆ ਕਲਗੀਆਂ ਵਾਲੇ, ਉਹਨਾਂ ਲਾਡ ਕਰਦੇ ਹੋਣੇ ਉਹਨਾਂ ਨੂੰ। ਪਰ ਜ਼ਾਲਮਾਂ ਨੇ ਠੰਡੇ ਬੁਰਜ ਵਿੱਚ ਬਿਠਾਤੇ ਤੇ ਨਾਲ ਇਹ ਵੀ ਐਲਾਨ ਕਰਤਾ ਵੀ ਇੱਕ ਵੀ ਸਰੀਰ ਤੇ ਕੱਪੜਾ ਲੈਣ ਲਈ ਨਾ ਦਿੱਤਾ ਜਾਏ। ਕੋਈ ਵੀ ਕੱਪੜਾ ਸਰੀਰ ਤੇ ਲੈਣ ਵਾਸਤੇ ਨਹੀਂ ਦੇਣਾ। ਠੰਡੇ ਬੁਰਜ 'ਚ ਬਿਠਾਉਣਾ, ਰੋਟੀ ਨਹੀਂ ਦੇਣੀ, ਪਾਣੀ ਨਹੀਂ ਦੇਣਾ, ਭੁੱਖਣ ਭਾਣੇ ਰੱਖਣਾ ਤੇ ਠੰਡੇ ਬੁਰਜ 'ਚ ਬਿਠਾਉਣਾ। ਕਿਉਂਕਿ ਕੈਦੀ ਸਨ ਨਾ ਉਹਨਾਂ ਦੇ ਹਿਸਾਬ ਨਾਲ, ਤੇ ਕੈਦੀ ਨੂੰ ਤੇ ਫਿਰ ਸਜ਼ਾ ਹੀ ਦੇਣੀ ਹੁੰਦੀ ਹੈ। ਪਰ ਇਹ ਨਹੀਂ ਵੀ ਸਾਰਾ ਸਰਹੰਦ ਵਜੀਦ ਖਾਂ ਵਰਗਾ ਹੀ ਸੀ। ਉਸ ਸਰਹੰਦ ਵਿੱਚ ਇੱਕ ਸੀ ਭਾਈ ਮੋਤੀ ਰਾਮ। ਵੇਖੋ ਇਨਸਾਨੀਅਤ ਕਦੀ ਖਤਮ ਨਹੀਂ ਹੁੰਦੀ। ਭਾਈ ਮੋਤੀ ਰਾਮ ਉਸੇ ਹੀ ਸਰਹੰਦ ਵਿੱਚ ਹੈ, ਜਿਹੜਾ ਗੁਰੂ ਘਰ ਦਾ ਬੜਾ ਅਨਨ ਪਿਆਰਾ ਸੇਵਕ ਹੈ, ਜਿਹਨੂੰ ਪਤਾ ਲੱਗਾ ਸਾਹਿਬਜ਼ਾਦੇ ਗ੍ਰਿਫਤਾਰ ਕਰਕੇ ਠੰਡੇ ਬੁਰਜ 'ਚ ਬਿਠਾਏ ਨੇ। ਤੇ ਨਾਲ ਐਲਾਨ ਇਹ ਸੀ ਵੀ ਜੇ ਕਿਸੇ ਨੇ ਸੁੱਖ ਸ਼ਾਂਤ ਪੁੱਛੀ, ਜੇ ਕਿਸੇ ਨੇ ਪਾਣੀ ਦਾ ਘੁੱਟ ਪਿਆਇਆ ਤੇ ਉਹਨੂੰ ਵੀ ਸਜ਼ਾਏ ਮੌਤ ਦਿੱਤੀ ਜਾਏ। ਉਹਦੇ ਨਾਲ ਭਲੀ ਥੋੜ੍ਹੀ ਗੁਜ਼ਾਰਨੀ ਸੀ ਉਹਨਾਂ ਨੇ। ਪਰ ਜਿਹੜੇ ਗੁਰੂ ਨਾਲ ਪਿਆਰ ਕਰਦੇ ਨੇ, ਜਿਵੇਂ ਪਹਿਲਾਂ ਕਿਹਾ ਸੀ ਨਾ, ਜਿਨ੍ਹਾਂ ਨੇ ਸਿਰ ਤੇ ਆਰਾ ਰਖਾਉਣਾ ਜਾਣਦੇ ਨੇ, ਉਹਨਾਂ ਵਾਸਤੇ ਮੌਤ ਮੂਤ ਦੀਆਂ ਕਿੱਡੀਆਂ ਕੁ ਵੱਡੀਆਂ ਗੱਲਾਂ ਹੁੰਦੀਆਂ ਨੇ। ਉਹ ਤਾਂ ਪਰਵਾਹ ਨਹੀਂ ਕਰਦੇ ਇਹਨਾਂ ਗੱਲਾਂ ਦੀ। ਉਹਨਾਂ ਨੇ ਦੁੱਧ ਦਾ ਗੜਵਾ ਘਰੋਂ ਆਪਣੇ ਪਰਿਵਾਰ ਨੂੰ ਕਿਹਾ, ਮੈਨੂੰ ਗਰਮ ਕਰ ਦਿਓ ਤੇ ਮੈਂ ਬੱਚਿਆਂ ਕੋਲ ਲੈ ਕੇ ਜਾਣਾ। ਤੇ ਜਿੰਨੇ ਵੀ ਘਰ ਵਿੱਚ ਗਹਿਣੇ ਹੈਗੇ ਨੇ ਨਾ, ਜਿੰਨੀ ਵੀ ਘਰ ਵਿੱਚ ਦੌਲਤ ਹੈਗੀ, ਉਹ ਵੀ ਮੈਨੂੰ ਦੇ ਦਿਓ। ਮੈਨੂੰ ਪਤਾ ਹੈ ਲਾਲਚੀ ਸਿਪਾਹੀ ਨੇ, ਉਹਨਾਂ ਦੌਲਤ ਤੋਂ ਬਿਨਾਂ ਦੁੱਧ ਪਿਆਉਣ ਮੈਨੂੰ ਦੇਣਾ ਨਹੀਂ। ਕਿਉਂਕਿ ਉਹ ਜਾਣਦਾ ਸੀ ਚੰਗੀ ਤਰ੍ਹਾਂ ਲਾਲਚ, ਉਹਨਾਂ ਬਾਰੇ ਵੀ ਉਹਨੂੰ ਪਤਾ ਸੀ। ਲਾਲਚ ਦੇ ਨਾਲ ਦੁੱਧ ਪਿਆਉਣ ਦਿੱਤਾ। ਭਾਈ ਮੋਤੀ ਰਾਮ ਜੀ ਗੁਰੂ ਸਾਹਿਬ ਜੀ ਦੇ ਬੱਚਿਆਂ ਨੂੰ ਦੁੱਧ ਪਿਆਉਣ ਗਏ, ਤੇ ਜਦੋਂ ਜਿਹੜੀਆਂ ਉੱਥੇ ਉਹ ਗੱਲਾਂ ਕਰਦੇ ਨੇ ਨਾ ਮਾਤਾ ਗੁਜਰ ਕੌਰ ਜੀ ਦੇ ਨਾਲ, ਉਹ ਬੜੀਆਂ ਪਿਆਰੀਆਂ ਨੇ। ਕਹਿੰਦੇ ਮਾਤਾ ਜੀ ਮੇਰਾ ਵੱਸ ਚੱਲਦਾ ਹੋਵੇ ਨਾ ਤੇ ਮੈਂ ਆਪਣੇ ਆਪ ਨੂੰ ਅੱਗ ਲਾ ਕੇ ਗੁਰੂ ਕੇ ਲਾਲਾ ਨੂੰ ਸੇਕ ਦੇਵਾਂ, ਪਰ ਵੱਸ ਨਹੀਂ ਚੱਲਦਾ ਮੇਰਾ।
जे हो सकता होवे तो मैं अपने आप नूं बाल दिया, मैं अपने गुरु दे लाला नूं ठंड लवावां, ठंड ना लगन दे। तुर लगा कहंदा बेबे बदकिस्मत हाँ मैं, किड्डा बदकिस्मत बंदा, मैं मिलन भी आया गुरु के लाला नूं, गुरु की मां नूं, पर यह भी नहीं कह सकता भी मेरे नाल मेरे घर चलो। वो कह थोड़ी सकता सी भी मेरे नाल घर चलो, जान देना सी किसे। ते असीं ते कह सकते हैं ना साडे घर आओ गुरु साहब जी, साहिबजादे साडे घर आओ, रहो साडे कोल, पर असीं किहड़ा साहिबजादिआं नूं घर लिआउणा चाहुंदे हां? साडा भी तो जी नहीं ना करदा साडे घर साहिबजादे आउण। ਅਸੀਂ ਕਹਿੰਦੇ ਸਾਹਿਬਜ਼ਾਦੇ ਉਹੀ ਚੰਗੇ ਨੇ ਜਿਹੜੇ 1705 ਵਿੱਚ ਸ਼ਹਾਦਤ ਦਾ ਜਾਮ ਪੀ ਗਏ ਸੀ। ਸਾਡੇ ਘਰ ਸਾਹਿਬਜ਼ਾਦੇ ਨਹੀਂ ਜੰਮਣੇ ਚਾਹੀਦੇ, ਸਾਡੇ ਘਰ ਜੋਰਾਵਰ ਫਤਿਹ ਸਿੰਘ ਨਹੀਂ ਚਾਹੀਦੇ। ਉਹ ਗੁਰੂ ਕੇ ਪਿਆਰ ਵਾਲਿਓ, ਭਾਈ ਮੋਤੀ ਰਾਮ ਤੇ ਬਦਕਿਸਮਤ ਸੀ, ਨਹੀਂ ਕਹਿ ਸਕਿਆ ਸਾਹਿਬਜ਼ਾਦਿਆਂ ਨੂੰ ਸਾਡੇ ਘਰ ਆਓ। ਜਿਹੜੇ ਤੁਹਾਡੇ ਘਰ ਜੰਮੇ ਨੇ ਇਹਨਾਂ ਨੂੰ ਸਾਹਿਬਜ਼ਾਦਿਆਂ ਦਾ ਰੂਪ ਬਣਾਓ। ਘੱਟੋ ਘੱਟ ਆਪਾਂ ਤੇ ਬਦਕਿਸਮਤ ਨਾ ਬਣੀਏ, ਆਪਾਂ ਤੇ ਭਾਗਾਂ ਵਾਲੇ ਬਣ ਸਕਦੇ ਆ। नहीं तो कलगियां वाला जरूर सवाल करेगा, सानू पुछेगा, जरूर साडे नाल गल करेगा। जे तुहानू लगदा है साडा कलगियां वाले नाल प्यार है तो इन्ना हक ते कलगियां वाले दा भी बनदा है भी सानू पुछे, मेरे धीओ ते पुत्रो जेड़े 4 तुहानू दे के गया सी कित्थे ने? ओ इन्ना पुछना ते हक है ना गुरु दा, ये ते पुछ सकदा है। ते बड़ा प्यारा गुरजीत सिंह ने लिखिया, बड़े प्यारियां लाइनां ने। ओ ਸਾਹਿਬਜ਼ਾਦਿਆਂ ਨਾਲ ਗੱਲਾਂ ਕਰਦੇ ਆ, ਨਾਲ ਪੜ੍ਹਿਓ ਤੁਸੀਂ ਵੀ ਸਾਰੇ। ਉਹ ਕਹਿੰਦਾ ਕਲਗੀਆਂ ਵਾਲੇ ਦਾ ਇਹ ਹੱਕ ਤੇ ਹੈ ਵੀ ਸਾਡੇ ਨਾਲ ਉਹ ਗੱਲ ਕਰੇ, ਸਾਨੂੰ ਉਹ ਪੁੱਛੇ। ਤੇ ਉਹਦੇ ਬੜੇ ਪਿਆਰੇ ਬੋਲ ਨੇ। ਉਹ ਕਹਿੰਦਾ ਜੇ ਕਿਤੇ ਕਲਗੀਆਂ ਵਾਲੇ ਨੇ ਅੱਜ ਤੁਹਾਡੇ ਵਿੱਚ ਖਲੋ ਕੇ ਤੁਹਾਨੂੰ ਪੁੱਛ ਲਿਆ, ਕੀ ਗੱਲ ਹੋ ਗਈ ਸਿੰਘਾ ਅੱਜ ਤੂੰ ਕੱਲਾ ਹੀ ਤੁਰਿਆ ਆਉਣਾ ਆ? की गल हो गई, कल्ला ही आया तू? अजीत नहीं लिया मेरे नाल, जुझार नहीं लिया, मेरा जोरावर कित्थे है? मेरे बच्चे ठंड के डरों घर बिठा आए भी ठंड बड़ी है। मैं तो सरसा नदी दे विच दी लंघ गया सी ठंडे पानी विच लैके बच्चों नूं, ते तू नाल बहा के सुनाउण लई भी तैयार नहीं है, तू गल करन लई भी राजी नहीं है। की गल हो गई ਸਿੰਘਾ अज तू कल्ला ही तुरिया आउणा आ? केड़ी गल्लों मेरे नाल तू नजरां नहीं मिलाउणा आ? क्यों नहीं अखां चक्खां पाउंदा मेरे नाल? नहीं तू लेके आया, नाल नहीं लिआया, जां फिर आउंदा पिछे आ? तैनू ਸਿੰਘਾ दे के गया सी फतेह सिंह मेरा कित्थे आ? पुछेगा ना कलगियां वाला, ये हक तो सानू देना भी चाहिए। नाल नहीं तो लै क्यों नहीं लिया? जब पिछे आउंदा फतेह सिंह मेरा कित्थे आ? की जवाब देंगे? फतेह सिंह कार्टून वेदा छड्ड आए हैं। की जवाब दोगे? फतेह सिंह नूं मोबाइल दे के बहा आए हैं। एक बेनती होर कर दिया, चिट्टे दे नशे तो तुसीं अपनी जवानी बचा ली सी, जिहड़ा मोबाइल दा नशा तुहाडी जवानी नूं लगा है, इन्हां ने खोखले कर देना तुहाडी जवानी नूं। बचा लो जे अपनियां पीढ़ियां बचाईयां जांदियां ने। जे इन्हां नूं जंगां दे किस्से पढ़ाउणे ने ते पब जी तो ना पढ़ाओ, इन्हां नूं दसो चमकौर दी गढ़ी विच 16 साल दा गभरू किवें लड़िया सी। जे इतिहास दे सिर ते कौमां हुंदियां ने। की गल होगी? क्यों नहीं करता मेरे घर नाल गल्लां? कित्थे है मेरा अजीत? मेरा जुझार कित्थे है? मेरा जोरावर कित्थे है? मेरा फतेह सिंह कित्थे है जवाब साडे कोल? असीं अज फतेह सिंह विखा सकीए, असीं जोरावर सिंह विखा सकीए, असीं अजीत ते जुझार सामने पेश कर सकीए। आ वेख कलगियां वाले माण नाल कह, सीना चौड़ा करके कह, आ ने तेरे पुत। मैनूं याद है ਅੰਮ੍ਰਿਤਸਰ ਜ਼ਿਲ੍ਹੇ 'ਚ ਵੈਰੋਵਾਲ ਪਿੰਡ ਪੈਂਦਾ, ਅਸੀਂ ਇੱਕ ਆਨੰਦ ਕਾਰਜ ਵਿੱਚ ਗਏ। मैं आनंद कारज विच साहिबजादियां दी गाथा सुनाती, उत्थे साहिबजादियां दी बात सुनाती। उत्थे मैं क्या पुत दी बरात चढ़ाउण लग्गिया, जरूर चेता रखियो तुहाडे पुत्तां दी बरात चढ़ाउण लई कोई अपने पुत्तां दियां लाशां लागो नंगे चेहरे लंघ के गया भी मेरे अजीत दी बरात विच गुरु नानक चेते रहना चाहिए, इस करके कोई पुत दी लाश लागों दी लंघे। मैं समाप्ति करके बाहर निकलिया, एक बजुर्ग माता जी मैनूं कहिंदे, पुत तू बहुत माड़ा कीता है, साडे घर सगना दा दिन सी ते तू मरियां दी गाथा सुना दित्ती।
मैं जदों गल याद करदा मेरा हौका निकल जांदा, बेबे जे ਉਹ ना ਜਾਂਦੇ किते ते शायद पता नहीं अज इस देश का हाल की हुंदा, कोई ना हुंदा इत्थे, कुछ ना हुंदा इत्थे। जे उस वेले किते ना हुंदा कलगियां वाला, पर वो माता जी कहते साडे घर सगना वाले दिन नहीं सी सुनाउणी चाहिदी। ते की ये मुल पाया असी, ये कीमत तारी है बाजा वाले दे इतिहास की, ये मुल पाया असी। तो फिर लिखदा है कवि, लिखदा है दादी दे नाल बह के कीओ हुण भी बाणी पढ़दे ने। कलगियां वाला साडे नाल गल करदा भी तुहाडे पुੱਤ पोतरे दादी नाल बह के बाणी पढ़दे ने। हुण अपने अपने अंदर सारे झात मारिओ भला किन्नियां दे बच्चे दादियां लागे बह के बाणी पढ़दे ते किन्ने घर इहो ਜਿਹੇ ने ਜਿਹੜੇ दादियां लागे बहण ही नहीं दिंदे, दादियां नाल गल ही नहीं करन दिंदे। ਉਹਨਾਂ ਨੂੰ ਐ ਲੱਗਦਾ ਦਾਦੀ ਦੇ ਕੱਪੜਿਆਂ 'ਚੋਂ ਪਸੀਨੇ ਦੀ ਬਦਬੂ ਆਉਂਦੀ ਹੈ। ਉਹਨਾਂ ਨੂੰ ਐ ਲੱਗਦਾ ਦਾਦੀ ਦੇ ਕੱਪੜੇ ਸਾਡੇ ਮੁਕਾਬਲੇ ਤੇ ਨਹੀਂ। ਤੇ ਮੈਂ ਬੜੀ ਵਾਰ ਕਹਿਣਾ ਹੁੰਨਾ, ਦਾਦੀ ਤੇ ਦਾਦੇ ਘਰਾਂ ਵਿੱਚ ਯੂਨੀਵਰਸਿਟੀਆਂ ਨੇ, ਜਿਹੜੀ ਡਿਗਰੀਆਂ ਇਹਨਾਂ ਨੇ ਕਰਾ ਦੇਣੀਆਂ ਉਹ ਤੁਹਾਡੇ ਤੋਂ ਯੂਨੀਵਰਸਿਟੀਆਂ 'ਚੋਂ ਨਹੀਂ ਹੋਣੀਆਂ। ਇਹ ਫ੍ਰੀ ਦੇ ਟੀਚਰ ਮਿਲੇ ਆ ਸਾਨੂੰ, ਜਿਹੜੇ ਸਾਡੇ ਬੱਚਿਆਂ ਦੀ ਚੰਗੀ ਘਾੜਤ ਘੜਦੇ ਆ। ਤੇ ਕਲਗੀਆਂ ਵਾਲੇ ਨੇ ਵੀ ਸਵਾਲ ਕਰਨਾ ਸਾਨੂੰ, ਦਾਦੀ ਦੇ ਨਾਲ ਬਹਿ ਕੇ ਕੀ ਉਹ ਹੁਣ ਵੀ ਬਾਣੀ ਪੜ੍ਹਦੇ ਆ। ਨਹੀਂ ਬਾਜਾ ਵਾਲੇ ਹੁਣ ਨਹੀਂ ਬਾਣੀ ਪੜ੍ਹਦੇ ਤੇਰੇ ਅਜੀਤ ਦੇ ਜੁਝਾਰ, ਹੁਣ ਤੇ ਹੋਰ ਬੰਨੇ ਤੁਰ ਪਏ ਨੇ। ਉਹ ਅੱਖਾਂ ਦੇ ਵਿੱਚ ਪਾਣੀ ਭਰ ਕੇ ਮੈਨੂੰ ਚੇਤੇ ਕਰਦੇ ਆ। ਅੱਖਾਂ 'ਚ ਪਾਣੀ ਭਰ ਕੇ ਕਦੀ ਕਦੀ ਚੇਤੇ ਕਰਦੇ ਆ ਮੈਨੂੰ, ਕਲਗੀਆਂ ਵਾਲਾ ਪੁੱਛਦਾ ਆ ਸਾਨੂੰ। ਨਹੀਂ ਦਾਤਾ ਤੂੰ ਨਹੀਂ ਚੇਤੇ ਆਉਂਦਾ, ਹੁਣ ਤੇਰਾ ਤੇ ਚੇਤਾ ਹੀ ਆਉਣੋਂ ਹਟ ਗਿਆ। ਸਾਨੂੰ ਹੋਰ ਬਹੁਤ ਕੁਝ ਚੇਤੇ ਕਰਾਤਾ ਅਗਲਿਆਂ ਨੇ, ਬੜਾ ਕੂੜ ਕਬਾੜ ਸਾਡੇ ਦਿਮਾਗਾਂ 'ਚ ਪਾਤਾ, ਬੜਾ ਜ਼ਹਿਰ ਘੋਲਤਾ ਸਾਡੇ ਦਿਮਾਗ ਵਿੱਚ। ਅਸੀਂ ਇੰਨਾ ਕੁਝ ਕਚਰਾ ਆਪਣੇ ਦਿਮਾਗ ਵਿੱਚ ਪਾਈ ਫਿਰਦੇ ਆ, ਇੰਨਾ ਕੁਝ ਆਪਣੇ ਜੀਵਨ 'ਚ ਲੈ ਆਂਦਾ, ਤੇਰੀ ਤੇ ਗੱਲ ਹੀ ਨਹੀਂ। ਸਾਡਾ ਖਾਣਾ ਵੀ ਬਦਲ ਗਿਆ, ਸਾਡਾ ਪੀਣਾ ਵੀ ਬਦਲ ਗਿਆ, ਸਾਡਾ ਰਹਿਣਾ ਸਾਰਾ ਕੁਝ ਬਦਲ ਗਿਆ। ਚੰਗੀਆਂ ਖੁਰਾਕਾਂ ਸਾਡੀਆਂ ਨਾ ਰਹੀਆਂ, ਚੰਗੀ ਬੋਲ ਬਾਣੀ ਸਾਡੀ ਨਾ ਰਹੀ, ਚੰਗੇ ਵਿਹਾਰ ਸਾਡੇ ਨਾ ਰਹੇ। ਨਹੀਂ ਪੜ੍ਹਦਾ ਕਲਗੀਆਂ ਵਾਲਿਆ ਹੁਣ ਤੇਰਾ ਪੁੱਤ ਪੋਤਰੇ ਬਾਣੀਆਂ, ਨਹੀਂ ਚੇਤੇ ਕਰਦੇ ਅੱਖਾਂ ਦੇ ਵਿੱਚ ਪਾਣੀ ਭਰ ਕੇ ਤੈਨੂੰ। ਵੈਰੀ ਦੇ ਨਾਲ ਜੂਝਣ ਦੇ ਲਈ ਕੀ ਉਹ ਗਤਕਾ ਸਿੱਖਿਆ। ਸਿਖਾਓ ਆਪਣੇ ਬੱਚਿਆਂ ਨੂੰ ਗੱਤਕੇ, ਸਿਖਾਓ ਆਪਣੇ ਬੱਚਿਆਂ ਨੂੰ ਬਾਣੀ ਪੜ੍ਹਨੀ। ਤੁਹਾਡੇ ਇੱਥੇ ਸੂਝਵਾਨ ਵੀਰ ਬੈਠੇ ਨੇ, ਮੈਂ ਪਹਿਲਾਂ ਵੀ ਬੇਨਤੀ ਕਰਕੇ ਹਟਿਆ, ਇਹਨਾਂ ਦੀ ਕੋਸ਼ਿਸ਼ ਹੈ ਬੱਚੇ ਕਿਤਾਬਾਂ ਪੜ੍ਹਨ। ਸੰਥਿਆ ਦੀ ਕਲਾਸ ਵੀਰ ਰਵਿੰਦਰ ਸਿੰਘ ਮੈਨੂੰ ਦੱਸਦੇ ਸੀ ਤੁਹਾਡੇ ਇੱਥੇ ਧਰਮਸ਼ਾਲਾ ਲਾ ਕੇ ਸੰਥਿਆ ਦੀ ਕਲਾਸ ਲੱਗਦੀ ਹੈ, ਕੱਢ ਕੇ ਵਕਤ ਜਾਇਆ ਕਰੋ ਉੱਥੇ ਸੰਥਿਆ ਵਿੱਚ। ਕੱਢੋ ਦਸਵੰਧ ਆਪਣਾ, ਕਿਸੇ ਦਾ ਕੋਈ ਭਲਾ ਨਹੀਂ ਹੋਣਾ, ਮੇਰਾ ਹੀ ਭਲਾ। ਇੱਕ ਵਾਰ ਨਿਗਾਹ ਤੇ ਮਾਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ, ਇੱਕ ਵਾਰ ਅੱਖਾਂ ਥਾਣੀ ਤੇ ਕੱਢੋ। ਕਲਗੀਆਂ ਵਾਲੇ ਨੇ ਜਾਣ ਲੱਗਿਆ ਇਸ ਦੁਨੀਆ ਤੋਂ ਸਭ ਤੋਂ ਕੀਮਤੀ ਤੋਹਫਾ ਸਿੱਖਾਂ ਦੀ ਝੋਲੀ ਵਿੱਚ 1708 ਵਿੱਚ ਪਾਇਆ। ਜਦੋਂ ਮਹਾਰਾਜ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗਏ, ਇਸ ਦੁਨੀਆ ਤੋਂ ਸੁਰਖਰੂ ਹੋਏ ਤੇ ਜਾਣ ਲੱਗਿਆ, ਇੱਕ ਤੋਹਫਾ ਪਾ ਕੇ ਗਏ ਸਾਡੀ ਝੋਲੀ ਵਿੱਚ ਤੇ ਸਾਨੂੰ ਕਹਿ ਗਏ ਸਭ ਸਿੱਖਣ ਕੋ ਹੁਕਮ ਹੈ ਗੁਰੂ। ਸਿੱਖਾਂ ਮੰਨੇ ਤੂੰ ਗੁਰੂ ਨੂੰ, ਗ੍ਰੰਥ ਨੂੰ ਗੁਰੂ ਮੰਨੇ? ਨਹੀਂ ਮੰਨਿਆ, ਤੂੰ ਮੱਥਾ ਟੇਕਿਆ ਬਸ, ਤੂੰ ਕੀਮਤ ਤੈਅ ਕਰਤੀ ਹੈ ਗੁਰੂ ਦੀ। ਮਾਫ ਕਰਿਓ ਕਈਆਂ ਨੂੰ ਸ਼ਾਇਦ ਇਹ ਬੋਲ ਨਾ ਚੰਗੇ ਲੱਗਣ, ਤੇਰੇ ਵਪਾਰੀ ਸਿਸਟਮ ਨੇ, ਤੇਰੇ ਧਾਰਮਿਕ ਵਪਾਰੀ ਸਟਰਕਚਰ ਨੇ ਅੱਜ ਕੀਮਤ ਬਣਾ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਦੀ। ਤੇ ਗੁਰੂ ਗ੍ਰੰਥ ਸਾਹਿਬ ਦੇ ਵੀ ਤਰ੍ਹਾਂ ਤਰ੍ਹਾਂ ਦੀ ਕੀਮਤ, ਇੱਕ ਹੀ ਥਾਂ ਤੇ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਆਂ ਕੀਮਤਾਂ ਅਲੱਗ-ਅਲੱਗ ਨੇ। ਕੁਝ ਸਸਤੇ ਪਾਠ ਵੀ ਨੇ ਤੇ ਕੁਝ ਮਹਿੰਗੇ ਪਾਠ ਵੀ ਨੇ। ਕਿਹਦੀ ਕੀਮਤ ਪਾ ਰਹੇ ਆ ਇਹ? ਕੀ ਦੱਸੋਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ? ਬਾਣੀ ਪੜ੍ਹੋ, ਇੱਕ ਵਾਰ ਨਿਗਾਹ ਮਾਰ ਕੇ ਵੇਖੋ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਜਦੋਂ ਸਾਡਾ ਕੋਈ ਰਿਸ਼ਤੇਦਾਰ ਸਾਡੇ ਘਰ ਆਵੇ ਨਾ, ਕਦੀ
ਤੇ ਉਹ ਤੋਹਫਾ ਲੈ ਕੇ ਆਵੇ, ਕਿਸੇ ਕੋਈ ਫੰਕਸ਼ਨ ਰੱਖਦੇ ਹਾਂ ਅਸੀਂ ਤੇ ਉਹ ਅਕਸਰ ਕੋਈ ਗਿਫਟ ਲੈ ਆਉਂਦਾ, ਕੋਈ ਤੋਹਫਾ ਲੈ ਆਉਂਦਾ, ਤੇ ਲੱਗਦੇ ਵਾਹ ਅਸੀਂ ਰਿਸ਼ਤੇਦਾਰ ਜਾਣ ਤੋਂ ਪਹਿਲਾਂ ਤੋਹਫਾ ਖੋਲ ਕੇ ਵੇਖਦੇ ਹਾਂ ਵੀ ਉਹਨੇ ਸਾਡੇ ਲਈ ਲਿਆਂਦਾ ਕੀ। ਵੇਨੇ ਆ ਨਾ ਅਸੀਂ ਫਟਾਫਟ ਮਿੰਟੋ ਮਿੰਟੀ ਕੋਸ਼ਿਸ਼ ਕਰਦੇ ਹਾਂ ਵੀ ਖੋਲ ਕੇ ਵੇਖੀਏ ਤਾਂ ਸਹੀ ਭਲਾ ਕੀ ਹੈ। ਤੇ ਇੱਕ ਤੋਹਫਾ ਕਲਗੀਆਂ ਵਾਲਾ ਸਰਬੰਸ ਵਾਰ ਕੇ 300 ਸਾਲ ਪਹਿਲਾਂ ਤੁਹਾਡੀ ਝੋਲੀ 'ਚ ਪਾ ਗਿਆ ਗੁਰੂ ਗ੍ਰੰਥ ਸਾਹਿਬ, ਇਹਨੂੰ ਹੀ ਖੋਲ ਕੇ ਵੇਖ ਲਓ ਕੀ ਦੇ ਗਿਆ ਬਾਪੂ ਇਹਦੇ 'ਚ। ਦਿੱਲੀ ਦੀ ਇੱਕ ਡਾਕਟਰ ਭੈਣ ਨੇ ਪਿੱਛੇ ਜਿਹੇ ਇੱਕ ਸਟੇਟਮੈਂਟ ਦਿੱਤੀ, ਸਾਡੇ ਕੁਝ ਬੰਦੇ ਇਤਰਾਜ਼ ਕਰਦੇ ਸੀ, ਕਹਿੰਦੀ ਸਿੱਖੋ ਤੁਹਾਡੇ ਵਰਗਾ ਕੀਮਤੀ ਗ੍ਰੰਥ ਜੇ ਦੁਨੀਆ 'ਚ ਕਿਸੇ ਹੋਰ ਮਜ਼ਹਬ ਕੋਲ ਹੁੰਦਾ ਤੇ ਸਾਰੀ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਤਾ ਹੋਣਾ ਸੀ। ਇੱਕ ਈਸਾਈ ਪਾਦਰੀ ਨੇ ਇੱਕ ਸਿੱਖ ਜੈਂਟਲਮੈਨ ਨੂੰ ਇੰਗਲੈਂਡ 'ਚ ਕਿਹਾ ਸੀ, ਸਿੱਖੋ ਤੁਹਾਡਾ ਇਤਿਹਾਸ ਬਹੁਤ ਕਮਾਲ ਦਾ ਹੈ ਪਰ ਤੁਸੀਂ ਬਹੁਤ ਬਦਕਿਸਮਤ ਲੋਕ ਹੋ, ਸਾਡਾ ਇੱਕ ਸੂਲੀ ਤੇ ਚੜ੍ਹਿਆ ਅਸੀਂ ਪੂਰੀ ਦੁਨੀਆ ਨੂੰ ਦੱਸਤਾ, ਤੁਹਾਡਾ ਕੋਈ ਇਹੋ ਜਿਹਾ ਦਿਨ ਨਹੀਂ ਜਿੱਦਣ ਕੋਈ ਸੂਲੀ ਤੇ ਨਾ ਚੜ੍ਹਿਆ ਹੋਵੇ, ਤੁਸੀਂ ਆਪਣੀ ਔਲਾਦ ਨੂੰ ਦੱਸ ਨਹੀਂ ਪਾਏ। ਤੁਸੀਂ ਬਦਕਿਸਮਤ ਲੋਕ ਹੋ, ਆਪਣੀ ਔਲਾਦ ਨੂੰ ਦੱਸ ਨਹੀਂ ਪਾਏ। ਸਾਡਾ ਇੱਕ ਸੂਲੀ ਤੇ ਚੜ੍ਹਿਆ, ਅਸੀਂ ਇੱਕ ਸੂਲੀ ਤੇ ਚੜ੍ਹਿਆ ਤੇ ਅਸੀਂ ਦੁਨੀਆ ਨੂੰ ਦੱਸਤਾ। ਤੁਹਾਡੇ ਕਿੰਨੇ ਸੂਲੀ ਤੇ ਚੜ੍ਹੇ ਨੇ, ਗਿਣਤੀ ਹੈ ਕੋਈ ਕਿਤੇ? ਦੁਨੀਆ ਦੇ ਕੈਲੰਡਰ ਚੁੱਕ ਕੇ ਵੇਖਿਓ, ਦੁਨੀਆ 'ਚ ਕੋਈ ਐਸੀ ਤਰੀਕ ਨਹੀਂ ਹੋਣੀ ਜਿੱਦਣ ਤੁਸੀਂ ਕੋਈ ਮਹਾਨ ਕਾਰਨਾਮਾ ਨਾ ਕੀਤਾ। ਅੱਜ ਵੀ ਤੁਸੀਂ ਇਤਿਹਾਸ ਲਿਖਿਆ ਹੈ, ਜਿੱਦਣ ਅੱਜ ਤੋਂ 100 ਸਾਲ ਬਾਅਦ ਇਤਿਹਾਸ ਲਿਖਿਆ ਜਾਏਗਾ ਉਦਣ ਲਿਖਿਆ ਜਾਏਗਾ ਭਾਰਤ ਦੀ ਧਰਤੀ ਤੇ ਡੈਮੋਕ੍ਰੇਸੀ ਦਾ ਕਤਲ ਹੋ ਚੁੱਕਾ ਸੀ ਜੇ ਪੰਜਾਬ ਵਿੱਚੋਂ ਲੋਕ ਨਾ ਉੱਠਦੇ ਤਾਂ। ਅਸੀਂ ਇਤਿਹਾਸ ਲਿਖਦੇ ਹਾਂ ਹਮੇਸ਼ਾ, ਪਰ ਅਸੀਂ ਸੰਭਾਲਦੇ ਨਹੀਂ ਹਾਂ, ਅਸੀਂ ਉਹਨਾਂ ਚੀਜ਼ਾਂ ਨੂੰ ਯਾਦ ਨਹੀਂ ਰੱਖਦੇ, ਅਸੀਂ ਬਹੁਤ ਛੇਤੀ ਗਵਾ ਦਿੰਦੇ ਹਾਂ। ਅਜੇ ਜਿੱਤ ਕੇ ਪੰਜਾਬ ਨਹੀਂ ਮੁੜੇ ਤੇ ਤੁਸੀਂ ਸਟੇਟਮੈਂਟਾਂ ਵੇਖ ਲਿਓ ਸਾਡੇ ਆਗੂਆਂ ਦੀਆਂ ਸ਼ੁਰੂ ਹੋ ਗਈਆਂ, ਇੱਕ ਦੂਜੇ ਦੀਆਂ ਪੱਗਾਂ ਲਾਉਣ ਲੱਗ ਪਏ ਨੇ। ਉਹ ਜਿੱਤ ਹਾਸਲ ਕਰਕੇ ਇਹਨੂੰ ਮਾਣ ਲਿਆ ਕਰੋ, ਥੋੜਾ ਚਿਰ ਇਹਨੂੰ ਫੀਲ ਕਰ ਲਿਆ ਕਰੋ ਕਿਤੇ। ਤੇ ਜਿੱਤਾਂ ਠੀਕ ਹੈ, ਅੱਜ ਬਿਆਨ ਦੇ ਲਓ ਆਗੂ ਇੱਕ ਦੂਜੇ ਦੇ ਖਿਲਾਫ, ਆਗੂ ਇਹਦੇ ਨਾਲ ਮਿਲਿਆ, ਆਗੂ ਇਹਦੇ ਨਾਲ ਮਿਲਿਆ। ਜਿਹੜੇ 750 ਮਾਵਾਂ ਦੇ ਪੁੱਤ ਜਾਨਾਂ ਵਾਰ ਗਏ ਨੇ ਉਹਨਾਂ ਦਾ ਕਸੂਰ ਕੀ ਸੀ ਭਲਾ? ਜਿਸ ਭੈਣ ਨੂੰ ਭਰਾ ਨਹੀਂ ਮਿਲਣਾ, ਜਿਸ ਸੁਹਾਗ ਨੂੰ ਪਤਨੀ ਨੂੰ ਪਤੀ ਨਹੀਂ ਮਿਲਣਾ, ਜਿਸ ਮਾਂ ਨੂੰ ਪੁੱਤ ਨਹੀਂ ਮਿਲਣਾ, ਅਜੇ ਉਹਨਾਂ ਦੇ ਸਿਵੇ ਤੇ ਠੰਡੇ ਹੋ ਜਾਣ ਦੋ। ਉਹਨਾਂ 750 ਘਰਾਂ 'ਚ ਹੀ ਜਾਓ, ਇੱਕ ਵਾਰ ਗੇੜਾ ਮਾਰ ਆਓ, ਕੱਲੇ ਘਰ ਵਿੱਚ ਜਾਓ, ਸ਼ੁਕਰਾਨਾ ਕਰਕੇ ਆਓ ਉਸ ਟੱਬਰ ਦਾ, ਤੁਹਾਡਾ ਜੀ ਵਾਰਿਆ। ਕਿਤੇ ਸੌਖੀ ਥੋੜੀ ਮਿਲ ਗਈ ਹੈ ਜਿੱਤ, 750 ਜਵਾਨ ਗਵਾਇਆ ਹੈ ਅਸੀਂ ਆਪਣਾ। ਤੇ ਸ਼ੁਰੂ ਹੋ ਵੀ ਗਏ, ਗਲਾਂ 'ਚ ਹਾਰ ਪੈਂਦੇ, ਹਵਾ ਆ ਗਈ ਤੁਹਾਡੇ ਅੰਦਰ, ਈਗੋ ਆ ਗਈ ਤੁਹਾਡੇ ਅੰਦਰ। ਬਦਕਿਸਮਤ ਲੋਕ ਆ ਅਸੀਂ, ਆਪਣਾ ਇਤਿਹਾਸ ਸੰਭਾਲਣ ਜੋਗੇ ਨਹੀਂ। ਮਾਤਾ ਗੁਜਰ ਕੌਰ, ਸਾਹਿਬਜ਼ਾਦੇ, ਉਹਨਾਂ ਦਾ ਕਿਤੇ ਰੰਚਕ ਮਾਤਰ ਵੀ ਚੀਜ਼ਾਂ ਦਿਮਾਗ ਵਿੱਚ ਲਿਆਓ। ਕੀ ਚਾਹੀਦਾ ਸੀ ਉਹਨਾਂ ਨੂੰ? ਕੁਝ ਨਹੀਂ ਸੀ ਚਾਹੀਦਾ, ਕੋਈ ਦੌਲਤ, ਕੋਈ ਸ਼ੋਹਰਤ ਉਹਨਾਂ ਨੂੰ ਚਾਹੀਦੀ ਸੀ। ਸ਼ਾਇਦ ਸ਼ੋਹਰਤ ਰਹਿ ਕੇ ਫਤਿਹ ਸਿੰਘ ਏਡਾ ਵੱਡਾ ਨਹੀਂ ਸੀ ਹੋਣਾ ਜਿੰਨਾ ਸ਼ਹਾਦਤ ਦਾ ਜਾਮ ਪੀ ਕੇ ਫਤਿਹ ਸਿੰਘ ਵੱਡਾ ਹੋਇਆ। ਸਾਨੂੰ ਸ਼ਾਇਦ ਪਤਾ ਨਹੀਂ ਕੱਲ ਨੂੰ ਕਿਸੇ ਨੇ ਬਾਬੇ ਕਹਿਣਾ ਕਿ ਨਹੀਂ ਕਹਿਣਾ। ਤੁਹਾਡੇ ਚੋਂ 80 ਸਾਲ ਦਾ ਬੰਦਾ ਚੜ੍ਹਾਈ ਕਰੇਗਾ ਤੇ ਉਹ ਜਰਨੈਲ ਸਿੰਘ ਹੀ ਰਹਿਣਾ ਹੈ, ਉਹ ਕਰਨੈਲ ਸਿੰਘ ਹੀ ਰਹਿਣਾ ਹੈ, ਉਹ ਮਹਿੰਦਰ ਸਿੰਘ ਹੀ ਰਹਿਣਾ ਹੈ। ਫਤਿਹ ਸਿੰਘ 7 ਸਾਲਾਂ ਦਾ ਇਸ ਦੁਨੀਆ ਤੋਂ ਗਿਆ, ਪਰ ਉਹ ਫਤਿਹ ਸਿੰਘ ਨਹੀਂ ਹੈ, ਉਹ ਬਾਬਾ ਫਤਿਹ ਸਿੰਘ ਹੈ। ਬਾਬਾ ਮਤਲਬ ਬਜ਼ੁਰਗ। 80 ਸਾਲ ਦੇ ਬੰਦੇ ਨੇ ਵੀ ਅੱਜ ਕਹਿਣਾ ਬਾਬਾ ਫਤਿਹ ਸਿੰਘ, ਤੇ ਬਾਬਾ ਬਜ਼ੁਰਗ ਨੂੰ ਕਹਿੰਦੇ ਨੇ। ਬਜ਼ੁਰਗੀ ਕਿਤੇ ਉਮਰਾਂ ਨਾਲ ਆਉਂਦੀ ਹੈ, ਬਜ਼ੁਰਗੀ ਤੇ ਸਿਆਣਪ ਦਾ ਵਿਸ਼ਾ ਕਿਸੇ ਕੋਲ ਬਚਪਨ ਵਿੱਚ ਵੀ ਆ ਜਾਂਦੀ ਹੈ, ਕਿਸੇ ਕੋਲ ਬਜ਼ੁਰਗੀ ਬੁਢਾਪਾ 'ਚ ਵੀ ਨਹੀਂ ਆਉਂਦੀ। ਜਿਹਦੇ ਕੋਲ ਨਹੀਂ ਆਉਣੀ ਉਹਦੇ ਕੋਲ ਨਹੀਂ ਆਉਣੀ। ਜੇ ਸਾਡੇ ਕੋਲ ਬਜ਼ੁਰਗੀ ਆ ਜਾਏ, ਸਿਆਣਪ, ਮੈਂ ਕੱਲ ਵੀ ਕਿਹਾ ਸੀ ਅਕਲ ਦਾ ਰਿਸ਼ਤਾ ਧਿਆਨ ਨਾਲ ਵੇਖਿਓ। ਮੈਂ ਕੱਲ ਇੱਕ ਬੇਨਤੀ ਹੋਰ ਕੀਤੀ ਸੀ ਤੁਹਾਡੇ ਚਰਨਾਂ 'ਚ, ਆਪੇ ਗੁਰੂ ਚੇਲੇ ਦੇ ਕਨਸੈਪਟ ਨੂੰ ਪਛਾਣਿਓ ਕਦੀ। ਐਵੇਂ ਨਹੀਂ ਮਹਾਰਾਜ ਨੇ ਕਿਹਾ ਆਪੇ ਗੁਰੂ ਚੇਲਾ। ਮਹਾਰਾਜ ਨੂੰ ਪਤਾ ਸੀ ਜੇ ਇਕੱਲੇ ਗੁਰੂ ਨੂੰ ਮਾਣ ਦੇ ਦਿੱਤਾ ਤੇ ਇਸ ਗੁਰੂ ਨੇ ਵੀ ਹੰਕਾਰ 'ਚ ਆ ਜਾਣਾ, ਤੇ ਨਾਲ ਚੇਲੇ ਨੂੰ ਵੀ ਮਾਣ ਦੇ ਦਿੱਤਾ ਵੀ ਜੇ ਗੁਰੂ ਕਿਤੇ ਇੱਧਰ ਉੱਧਰ ਹੋਵੇ ਤੇ ਚੇਲਿਆ ਤੂੰ ਗੁਰੂ ਬਣ ਜੀ, ਫਿਰ ਇਹਨੂੰ ਗੁਰੂ ਨਾ ਰਹਿਣ ਦੇ। ਵੱਡਾ ਕੰਸੈਪਟ ਹੈ ਇਹ। ਠੀਕ ਹੈ ਵੀ ਗੱਲਾਂ ਨਿੱਕੀਆਂ ਨਿੱਕੀਆਂ ਲੱਗਦੀਆਂ ਨੇ। ਜੇ ਜਦੋਂ ਕਿਤੇ ਸਾਡੇ ਬੱਚੇ
ਸਾਡੇ ਘਰਾਂ ਵਿੱਚ ਪਰਿਵਾਰ ਜੇ ਵੱਡਾ ਕਿਤੇ ਗਲਤੀ ਕਰੇ ਤੇ ਛੋਟਾ ਗੁਰੂ ਬਣ ਜਾਏ, ਉਹਨਾਂ ਨੂੰ ਕਹੇ ਬਾਪੂ ਨਹੀਂ ਇਹ ਠੀਕ ਨਹੀਂ ਹੈ ਗੱਲ। ਜਦੋਂ ਬਾਪ ਸ਼ਰਾਬ ਦੀ ਬੋਤਲ ਖੋਲ ਕੇ ਬੈਠੇ ਨਾ, ਉਦੋਂ ਧੀ ਤੇ ਪੁੱਤ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਕਹਿਣ ਬਾਪੂ ਜੇ ਇਹ ਸ਼ਰਾਬ ਦੀ ਬੋਤਲ ਨੂੰ ਕਿਤੇ ਅਸੀਂ ਮੂੰਹ ਲਾ ਲਿਆ ਨਾ ਤਾਂ ਤੇਰੇ ਮੂੰਹ 'ਚ ਭੁੱਬਾਂ ਵੱਜਣੀਆਂ ਨੇ, ਛੱਡ ਦੇ ਖਹਿੜਾ ਇਹਦਾ। ਤੇ ਮੈਨੂੰ ਲੱਗਦਾ ਸ਼ਾਇਦ ਉਹਨਾਂ ਪ੍ਰਚਾਰਕ ਨਹੀਂ ਕੰਮ ਕਰ ਸਕਦੇ ਜੇ ਘਰ ਧੀਆਂ ਪੁੱਤ ਏਦਾਂ ਕੰਮ ਕਰਨ ਲੱਗ ਜਾਣ। ਉਹਨਾਂ ਸਾਡੇ ਬੋਲਣ ਦਾ ਸ਼ਾਇਦ ਅਸਰ ਨਹੀਂ ਹੋਣਾ। ਜੇ ਇਸ ਤਰ੍ਹਾਂ ਦੇ ਨਾਲ ਵੋਟਰ ਸਿਆਣਾ ਹੋ ਜਾਏ, ਕਿਤੇ ਆਗੂ ਗਲਤ ਹੋ ਜਾਏ ਤੇ ਵੋਟਰ ਉਹਨਾਂ ਨੂੰ ਪੁੱਛ ਲੈਣ। ਜੇ ਕਿਤੇ ਆਗੂ ਵੋਟਰ ਗਲਤੀ ਕਰਨ ਤੇ ਲੋਕ ਆਗੂ ਪੁੱਛ ਲਵੇ ਉਹਨਾਂ ਨੂੰ, ਕੌਣ ਸਮਝੇਗਾ? ਆਉਣਾ ਤੁਸੀਂ ਪਿਛਲੇ 4 ਸਾਲ ਪੁਰਾਣੀ ਗੱਲ ਹੈ। 27 ਦਸੰਬਰ ਨੂੰ ਸਾਰਾ ਪੰਜਾਬ ਅੱਖਾਂ ਵਿੱਚ ਹੰਝੂ ਲੈ ਕੇ ਰੋ ਰਿਹਾ ਸੀ। ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ ਤੇ 31 ਦਸੰਬਰ ਨੂੰ ਸਭ ਤੋਂ ਵੱਧ ਸ਼ਰਾਬ ਦੇ ਠੇਕੇ ਪੰਜਾਬੀਆਂ ਨੇ ਖਾਲੀ ਕੀਤੇ ਸੀ। ਆ ਜਾਣੀ ਹੈ ਥੋੜੇ ਦਿਨਾਂ ਬਾਅਦ 31 ਦਸੰਬਰ। ਤੁਸੀਂ 27 ਦਸੰਬਰ ਨੂੰ ਪੰਜਾਬ ਰੋਂਦਾ ਵੇਖਿਓ ਕਿਉਂਕਿ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ ਨੇ, ਤੇ 31 ਦਸੰਬਰ ਨੂੰ ਪੰਜਾਬ ਦੇ ਲੋਕ ਕਮਲੇ ਹੁੰਦੇ ਵੇਖਿਓ। 3 ਦਿਨ ਵੀ ਨਹੀਂ ਚੇਤਾ ਰੱਖਦੇ ਤੁਸੀਂ। ਤੁਹਾਡੇ ਦੁਸ਼ਮਣਾਂ ਨੇ ਤੇ ਪਤਾ ਨਹੀਂ ਕਿੰਨਾ ਕੁ ਚੇਤਾ ਰੱਖਿਆ। ਤੇ ਤੁਹਾਨੂੰ ਤੇ ਕੈਨੇਡਾ ਉੱਥੇ ਸਰਕਾਰੀ ਦਰਬਾਰੇ ਸਾਡੇ ਬੰਦੇ ਬਹੁਤ ਨੇ, ਬੜੀ ਮਿਹਨਤ ਕੀਤੀ ਹੈ ਪੰਜਾਬੀਆਂ ਨੇ ਉੱਥੇ ਜਾ ਕੇ। ਖੈਰ ਉਹ ਵੀ ਇੱਕ ਆਪਣਾ ਪੱਖ ਹੈ। ਉੱਥੋਂ ਦੀ ਸਰਕਾਰ ਨੇ ਅਪ੍ਰੈਲ ਦਾ ਮਹੀਨਾ ਧਾਰਮਿਕ ਮਹੀਨਾ ਐਲਾਨਿਆ। ਕੈਨੇਡਾ ਦੀ ਸਰਕਾਰ ਨੇ ਅਪ੍ਰੈਲ ਮਹੀਨੇ ਨੂੰ ਧਾਰਮਿਕ ਮਹੀਨਾ ਐਲਾਨਿਆ 1699 ਦੀ ਵਿਸਾਖੀ ਕਰਕੇ। ਧਿਆਨ ਨਾਲ ਸੁਣਿਓ ਗੱਲ। ਤੇ ਉਹ ਇੱਕ ਮਹੀਨੇ 'ਚ ਠੇਕੇ ਬੰਦ ਰੱਖਦੇ। ਉਹ ਕਹਿੰਦੇ ਨੇ ਸਿੱਖਾਂ ਦਾ ਧਾਰਮਿਕ ਮਹੀਨਾ ਤੇ ਨਸ਼ਾ ਨਹੀਂ ਇਹਨਾਂ ਦਿਨਾਂ 'ਚ ਕੈਨੇਡਾ 'ਚ ਵਰਤਣਾ ਚਾਹੀਦਾ। ਇਹਨੂੰ ਧਾਰਮਿਕ ਮਹੀਨੇ ਦਾ ਨਾਂ ਉਹਨਾਂ ਨੇ ਦਿੱਤਾ ਤੇ ਉਹ ਕਹਿੰਦੇ ਇਹਨਾਂ ਦਿਨਾਂ 'ਚ ਸ਼ਰਾਬ ਨਹੀਂ ਵਰਤਣੀ ਚਾਹੀਦੀ। ਤੇ ਮੈਂ ਜਦੋਂ ਉੱਥੇ ਗਿਆ ਤਾਂ ਮੈਨੂੰ ਵੀਰ ਦੱਸਦੇ, ਕਹਿੰਦੇ 1 ਮਹੀਨੇ ਠੇਕਾ ਬੰਦ ਰਹਿਣ ਕਰਕੇ ਨਾ, ਜਦੋਂ 31 ਮਾਰਚ ਹੁੰਦਾ ਹੈ ਉਦੋਂ ਵੀ ਲੈਣਾ 'ਚ ਸਭ ਤੋਂ ਵੱਧ ਪੱਗਾਂ ਵਾਲੇ ਹੁੰਦੇ ਨੇ, ਤੇ ਜਦੋਂ 1 ਮਈ ਹੁੰਦੀ ਹੈ ਉਦੋਂ ਵੀ ਲੈਣਾ 'ਚ ਸਭ ਤੋਂ ਵੱਧ ਪੱਗਾਂ ਵਾਲੇ ਹੁੰਦੇ। ਤੇ ਜੇ ਗੌਰਮੈਂਟ ਸੋਚੇ ਯਾਰ ਇਹਨਾਂ ਕਰਕੇ ਤੇ ਅਸੀਂ ਠੇਕੇ ਬੰਦ ਕੀਤੇ, ਇਹਨਾਂ ਕਰਕੇ ਕੀਤੇ ਨਾ, ਇਹਨਾਂ ਲਈ ਤੇ ਅਸੀਂ ਧਾਰਮਿਕ ਮਹੀਨਾ ਲਾਣੇ ਆ ਇਹਨੂੰ। ਤੇ ਜੇ ਇਹਨਾਂ ਨੇ ਐਂ ਕਰਨਾ ਤੇ ਫਿਰ ਅਸੀਂ ਇਹਨੂੰ ਰਹਿਣ ਹੀ ਦਿੰਦੇ ਆ। ਤੇ ਜੇ ਕੋਈ ਦੂਜਾ ਕਰਦਾ ਤੇ ਅਸੀਂ ਕਰਨ ਵੀ ਕਿੱਥੇ ਦਿੰਦੇ ਆ, ਸਮਝਣ ਸਮਝਾਉਣ ਵੀ ਕਿੱਥੇ ਦਿੰਦੇ ਆ। ਸੋ ਇਸ ਲਈ ਗੁਰੂ ਕੇ ਪਿਆਰ ਵਾਲਿਓ ਸਮਝੋ ਬੜੇ ਧਿਆਨ ਨਾਲ। ਦਾਦੀ ਦੇ ਨਾਲ ਬਹਿ ਕੇ ਕੀਓ ਹੁਣ ਵੀ ਬਾਣੀ ਪੜ੍ਹਦੇ ਆ, ਅੱਖਾਂ ਦੇ ਵਿੱਚ ਪਾਣੀ ਭਰ ਕੇ ਮੈਨੂੰ ਚੇਤੇ ਕਰਦੇ ਆ, ਵੈਰੀ ਦੇ ਨਾਲ ਜੂਝਣ ਦੇ ਲਈ ਕੀ ਉਹ ਗੱਤਕਾ ਸਿੱਖਿਆ, ਤੈਨੂੰ ਸਿੰਘਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ, ਬੋਲੋ ਗੱਜ ਕੇ, ਤੈਨੂੰ ਸਿੰਘਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ, ਕਿੱਥੇ ਹੈ ਮੇਰਾ ਫਤਿਹ ਸਿੰਘ? ਅਜੀਤ ਸਿੰਘ ਦੇ ਮੂੰਹ ਦੇ ਉੱਤੇ ਦਾੜੀ ਕਿੰਨੀ ਫੱਬਦੀ ਆ, ਮੈਨੂੰ ਦੱਸ ਮੇਰੇ ਅਜੀਤ ਦੇ ਮੂੰਹ ਤੇ ਦਾੜੀ ਕਿੱਦਾਂ ਦੀ ਲੱਗਦੀ ਹੈ? ਕਲਗੀਆਂ ਵਾਲਿਆ ਆਉਣ ਹੀ ਨਹੀਂ ਦਿੰਦੇ ਦਾੜੀ, ਲੱਗਣੀ ਕੀ ਦੱਸਾਂ ਤੈਨੂੰ ਕਿੱਦਾਂ ਦੀ ਲੱਗਦੀ, ਆਉਣ ਹੀ ਨਹੀਂ ਦਿੰਦੇ। ਰੋਜ਼ ਅਰਦਾਸ ਵਿੱਚ ਕਹਿੰਦੇ ਆ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਮਾੜੇ ਜਿਹੇ ਆਉਂਦੇ ਆ ਭੱਜ ਕੇ ਨਾਈ ਕੋਲ ਜਾਂਦੇ ਆ। ਏਡੇ ਝੂਠੇ ਸਿੱਖ ਨੇ ਤੇਰੇ। ਜਾਂ ਤੇ ਅਰਦਾਸ ਦੇ ਸ਼ਬਦ ਬਦਲ ਲਓ ਜਾਂ ਨਾਈਆਂ ਤੇ ਜਾਣਾ ਬੰਦ ਕਰ ਦਿਓ। ਇੱਕ ਬੰਨੇ ਤੇ ਲੱਗ ਜਾਓ ਯਾਰ, ਕਿਸੇ ਬੰਨੇ ਤੇ ਹੋਈਏ ਅਸੀਂ। ਅਜੀਤ ਸਿੰਘ ਦੇ ਮੂੰਹ ਦੇ ਉੱਤੇ ਦਾੜੀ ਕਿੰਨੀ ਫੱਬਦੀ ਆ, ਜੋਰਾਵਰ ਦੇ ਸਿਰ ਦੇ ਉੱਤੇ ਪਗੜੀ ਕਿੰਨੀ ਜੱਚਦੀ ਆ, ਕਿੰਨੀ ਕੁ ਸੋਹਣੀ ਪੱਗ ਲੱਗਦੀ ਹੈ ਮੇਰੇ ਜੋਰਾਵਰ ਸਿੰਘ ਦੇ ਸਿਰ ਤੇ। ਬਾਜਾਂ ਵਾਲਿਆ ਪੱਗ ਤੇ ਤੇਰਾ ਜੋਰਾਵਰ ਸਿੰਘ ਬੰਨ ਲੈਂਦਾ ਹੈ, ਪਰ ਬੰਨਦਾ ਗਾਉਣ ਵਾਲਿਆਂ ਵੱਲ ਵੇਖ ਕੇ, ਉਹ ਸਰਹੰਦ ਦੀਆਂ ਨੀਹਾਂ ਵੱਲ ਵੇਖ ਕੇ ਨਹੀਂ ਬੰਨਦਾ। ਧਿਆਨ ਨਾਲ ਵੇਖਿਓ। ਉਹ ਪੱਗ ਇਸ ਕਰਕੇ ਬੰਨ ਕੇ ਕਾਲਜ ਜਾਂਦਾ ਵੀ ਕੁੜੀਆਂ ਨੂੰ ਵਿਖਾਉਣੀ ਹੈ, ਤੂੰ ਪੁੱਤ ਗੁਰੂ ਨਾਨਕ ਦਾ ਨਹੀਂ ਰਿਹਾ, ਤੂੰ ਜੋਰਾਵਰ ਜੁਝਾਰ ਨਹੀਂ ਹੈ।
ਜੇ ਤੂੰ ਕਿਸੇ ਨੂੰ ਵਿਖਾਉਣ ਲਈ ਸਿਰ ਤੇ ਪੱਗ ਬੰਨੇਗਾ, ਯਾਦ ਰੱਖੀ ਕਿਸੇ ਕਾਲਜ ਯੂਨੀਵਰਸਿਟੀ 'ਚ ਤੇਰੀ ਭੈਣ ਵੀ ਪੜ੍ਹਨ ਜਾਂਦੀ ਹੈ, ਪੱਗ ਉਹਨੂੰ ਵੀ ਕਿਸੇ ਨੇ ਵਿਖਾਉਣੀ ਹੈ। ਚਿੱਤੇ ਰੱਖਿਓ, ਗੱਲਾਂ ਮੇਰੀਆਂ ਕੌੜੀਆਂ ਹੋਣਗੀਆਂ ਪਰ ਹੈ ਇਹ ਸੱਚ। ਮੈਂ ਪਹਿਲੇ ਦਿਨ ਕਿਹਾ ਸੀ ਸਿਰ ਤੇ ਪੱਗ ਨਹੀਂ ਬੰਨ੍ਹਦੇ ਤੁਸੀਂ, 350 ਸਾਲ ਦਾ ਇਤਿਹਾਸ ਸਜਾਉਂਦੇ ਹੋ ਸਿਰ ਤੇ। ਪੱਗ ਤੇ ਦਮਾਲਾ ਨਹੀਂ ਹੈ, 350 ਸਾਲ ਦਾ ਇਤਿਹਾਸ ਹੈ। ਇਸ ਪੱਗ ਦੇ ਬਦਲੇ 7 ਸਾਲ ਦਾ ਫਤਿਹ ਸਿੰਘ ਨੀਹਾਂ 'ਚ ਚਿਣਿਆ ਗਿਆ। ਹੋਰ ਕੀ ਚਾਹੀਦਾ ਸੀ ਉਹਨਾਂ ਨੂੰ? ਇਹ ਕੀਮਤ ਉਤਾਰਾਂਗੇ ਅਸੀਂ ਪੱਗ ਦੀ। ਜੁਝਾਰ ਸਿੰਘ ਦੇ ਸਿਰ ਦੇ ਉੱਤੇ ਪਗੜੀ ਕਿੰਨੀ ਜੱਚਦੀ ਆ, ਇਨਾ ਮੂਰੇ ਚੰਦ ਸੂਰਜ ਕੀ ਅੱਜ ਵੀ ਪੈਂਦੇ ਫਿੱਕੇ ਆ। ਤੈਨੂੰ ਸਿੰਘਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ, ਤੈਨੂੰ ਸਿੰਘਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ। ਫਿਰ ਬਾਜਾਂ ਵਾਲਾ ਅਖੀਰ ਤੇ ਕਹਿੰਦਾ ਕਵੀ ਦੀ ਭਾਵ ਨਾਲ, ਅਗਲੀ ਵਾਰੀ ਲੈ ਕੇ ਆਵੀਂ ਤੈਨੂੰ ਮੈਂ ਸਮਝਾਉਂਦਾ ਹਾਂ। ਚੱਲ ਛੱਡ ਮੇਰੇ ਬੱਚਿਆ, ਕੋਈ ਗੱਲ ਨਹੀਂ, ਲੰਘੇ ਨਾ ਸਾਲ, ਅਗਲੀ ਵਾਰ ਦੀ ਕਰ ਤਿਆਰੀ। ਜਦੋਂ ਸੇਵਾ ਸੁਸਾਇਟੀ, ਸੁਖਮਨੀ ਸੇਵਾ ਸੁਸਾਇਟੀ ਵਾਲੇ ਅਗਲੀ ਵਾਰ ਸਮਾਗਮ ਕਰਨ, ਅਸੀਂ ਆਪਣੇ ਅਜੀਤ ਤੇ ਜੁਝਾਰ ਲੈ ਕੇ ਸ਼ਾਮਲ ਹੋਈਏ ਇਸ ਸਮਾਗਮ ਦੇ ਵਿੱਚ। ਇਹਨਾਂ ਨੂੰ ਵੀ ਮਾਣ ਮਿਲੇ ਵਿਚਾਰਿਆਂ ਨੂੰ। ਕੀ ਲੈਣਾ ਇਹਨਾਂ ਨੇ? ਵੋਟਾਂ ਤਾਂ ਨਹੀਂ ਲੈਣੀਆਂ ਕੋਈ ਇਹਨਾਂ ਨੇ, ਕੋਈ ਰਾਜਨੀਤਿਕ ਧਿਰ ਤਾਂ ਨਹੀਂ ਹੈਗੇ। ਮਸਲਾ ਇਹ ਹੈ ਅਸੀਂ ਆਪਣੇ ਵੱਡ ਵਡੇਰਿਆਂ ਨੂੰ ਯਾਦ ਕਰੀਏ। ਕਲਗੀਆਂ ਵਾਲੇ ਦੇ ਬੋਲ, ਅਗਲੀ ਵਾਰੀ ਲੈ ਕੇ ਆਵੀਂ ਤੈਨੂੰ ਮੈਂ ਸਮਝਾਉਂਦਾ ਹਾਂ। ਇੱਕ ਵਾਰੀ ਮੈਂ ਆਪਣੇ ਪੁੱਤਰਾਂ ਨੂੰ ਗਲ ਨਾਲ ਲਾਉਣਾ ਚਾਹੁੰਦਾ ਹਾਂ। ਮੈਨੂੰ ਦਇਆ ਸਿੰਘ ਨੇ ਕਿਹਾ ਸੀ ਜੁਝਾਰ ਸਿੰਘ ਨੂੰ ਗਲ ਲਾ ਲਓ, ਜੋਰਾਵਰ ਸਿੰਘ ਨੂੰ ਗਲ ਲਾ ਲਓ। ਮੈਨੂੰ ਕਿਹਾ ਸੀ ਦਇਆ ਸਿੰਘ ਨੇ ਇੱਕ ਵਾਰ ਅਜੀਤ ਸਿੰਘ ਨੂੰ ਗਲ ਲਾ ਲਓ। ਮੈਂ ਦਇਆ ਸਿੰਘ ਨੂੰ ਕਿਹਾ ਸੀ ਨਹੀਂ, ਮੈਂ ਤੇ ਆਪਣੇ ਹਜ਼ਾਰਾਂ ਪੁੱਤ ਗਲ ਲਾਉਣੇ ਨੇ, ਕੋਈ ਫਰਕ ਨਹੀਂ ਪੈਂਦਾ ਜਦੋਂ ਨਹੀਂ ਗਲ ਲਾ ਸਕਦਾ। ਅਗਲੀ ਵਾਰੀ ਲੈ ਕੇ ਆਵੀਂ ਤੈਨੂੰ ਮੈਂ ਸਮਝਾਉਂਦਾ ਹਾਂ। ਇੱਕ ਵਾਰੀ ਮੈਂ ਆਪਣੇ ਪੁੱਤਰਾਂ ਨੂੰ ਗਲ ਨਾਲ ਲਾਉਣਾ ਚਾਹੁੰਦਾ ਹਾਂ। ਲਾਸ਼ਾਂ ਲਾਗੋਂ ਮੈਂ ਲਾਸ਼ਾਂ ਲਾਗੋਂ ਲੰਘਿਆ ਸੀ, ਲਾਸ਼ਾਂ ਕੋਲੋਂ ਲੰਘਿਆ ਸੀ, ਮੁੜ ਕੇ ਕਦੇ ਨਾ ਡਿੱਠਿਆ। ਤੈਨੂੰ ਸਿੰਘਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ, ਤੈਨੂੰ ਸਿੰਘਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ। ਆਓ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਆ। ਪੰਜਾਬ ਦੀ ਹਰ ਕੁਰਸੀ ਤੇ, ਪੰਜਾਬ ਦੀ ਹਰ ਜ਼ਿੰਮੇਵਾਰੀ ਅਹੁਦੇ ਤੇ ਅਜੀਤ ਤੇ ਜੁਝਾਰ ਬਿਠਾਈਏ, ਹਰ ਪਦਵੀ ਤੇ ਅਜੀਤ ਤੇ ਜੁਝਾਰ ਬਿਠਾਈਏ। ਪੰਜਾਬ ਦੇ ਲੋਕਾਂ ਨੂੰ ਇਹ ਨਾ ਕਹਿਣ ਲਈ ਮਜਬੂਰ ਕਰੀਏ ਵੀ ਅਜੀਤ ਤੇ ਜੁਝਾਰੋ ਪੈਸੇ ਅਸੀਂ ਦੇਾਂਗੇ, ਪੰਜਾਬ ਛੱਡ ਜਾਓ, ਹੁਣ ਤੁਹਾਡੇ ਰਹਿਣ ਜੋਗਾ ਪੰਜਾਬ ਨਹੀਂ ਰਿਹਾ। ਇਹ ਬਹੁਤ ਵੱਡੀ ਤਰਸਯੋਗ ਹਾਲਤ ਹੈ ਸਾਡੀ। ਆਓ ਪੰਜਾਬ ਦੇ ਉਹਨਾਂ ਰੁਤਬਿਆਂ ਤੇ ਲੈ ਕੇ ਜਾਈਏ ਆਪਣੇ ਅਜੀਤ ਤੇ ਜੁਝਾਰ ਨੂੰ। ਫਿਰ ਜਿਹੜੇ ਫੈਸਲੇ ਫਤਿਹ ਸਿੰਘ ਨੇ ਤੋਤਲੀ ਜ਼ੁਬਾਨ ਵਿੱਚ ਕੀਤੇ ਸੀ ਨਾ, ਜਦੋਂ ਕਿਤੇ ਬੋਲਦੀ ਜ਼ੁਬਾਨ ਵਿੱਚੋਂ, ਵਧੀਆ ਜ਼ੁਬਾਨ ਵਿੱਚੋਂ ਚੰਗੇ ਫੈਸਲੇ ਕੁਰਸੀ ਤੇ ਬਹਿ ਕੇ ਕਰੇਗਾ, ਦੁਨੀਆ ਅਸ਼ ਨਹੀਂ ਕਰੇਗੀ। ਤੇ ਫਿਰ ਦੱਸੇ ਸਾਡੇ ਫੈਸਲੇ ਨਹੀਂ ਮਾੜੇ ਹੋ ਸਕਦੇ, ਇਹ ਗੱਲ ਵੱਖਰੀ ਹੈ, ਅਸੀਂ ਉਸ ਬੰਨੇ ਸਫ਼ਰ ਨਹੀਂ ਕਰ ਸਕੇ। ਗੁਰੂ ਕੇ ਪਿਆਰਿਓ, ਕੋਸ਼ਿਸ਼ ਕਰੀਏ ਸਾਰੇ ਹੀ ਇੱਕ ਦੂਜੇ ਦੇ ਨਾਲ ਹਮੇਸ਼ਾ ਸਹਿਯੋਗ ਕਰਿਆ ਕਰੋ, ਲੱਤਾਂ ਨਾ ਖਿੱਚਿਆ ਕਰੋ। ਸਾਡੇ ਇੰਡੀਆ ਦੀ ਮੁਸ਼ਕਲ ਹੈ, ਇੱਥੇ ਕੋਈ ਬੰਦਾ ਪਹਿਲੀ ਗੱਲ ਤੇ ਕੁਝ ਕਰਦਾ ਨਹੀਂ, ਜੇ ਕਰਦਾ ਤੇ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ। ਜੋ ਕਰਦਾ ਹੈ ਨਾ ਉਹਨੂੰ ਐਪਰੀਸ਼ੀਏਟ ਕਰੋ, ਜਿੰਨਾ ਕਰ ਸਕਦੇ ਸਹਿਯੋਗ ਦਿਓ ਇੱਕ ਦੂਜੇ ਦਾ, ਤਾਂ ਕਿ ਰਲ ਮਿਲ ਕੇ ਅਸੀਂ ਗੁਰਾਂ ਦੇ ਸੁਪਨੇ ਵਾਲਾ ਪੰਜਾਬ ਦੁਬਾਰਾ ਸਿਰਜ ਸਕੀਏ। ਸਾਡੀ ਜ਼ਿੰਦਗੀ ਦੇ ਅੰਦਰ ਗੁਰੂ ਸਾਹਿਬ ਜੀ ਦੀ ਬਾਣੀ ਦੀ ਰੋਸ਼ਨੀ ਆ ਸਕੇ। ਗੱਲ ਮੈਂ ਇੱਥੋਂ ਸ਼ੁਰੂ ਕੀਤੀ ਸੀ, ਡਗਮਗ ਛਾੜ ਰੇ ਮਨ ਪੌਰਾ, ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਹਾਥ ਸਲੌਰਾ। ਡਗਮਗਾਉਣਾ ਛੱਡੀ, ਇੱਧਰ ਉੱਧਰ ਦੇ ਨਾ ਹੋਈਏ, ਇੱਕ ਬੰਨੇ ਲੱਗ ਜਾਈਏ, ਗੁਰੂ ਦਾ ਲੜ ਫੜੀਏ, ਗੁਰੂ ਦੇ ਲੜ ਫੜ ਕੇ ਅਸੀਂ ਗੁਰੂ ਦੇ ਰਾਹ ਤੇ ਚੱਲਣ ਦਾ ਯਤਨ ਕਰੀਏ। ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ। ਬਹੁਤ ਕੁਝ ਸਾਡੇ ਵਡੇਰਿਆਂ ਨੇ ਚੱਲੇ। 80 ਸਾਲ ਦੀ ਬਜ਼ੁਰਗ ਮਾਂ ਨੂੰ ਠੰਡੇ ਬੁਰਜ 'ਚੋਂ ਧੱਕਾ ਦੇ ਕੇ ਥੱਲੇ ਸੁੱਟਿਆ ਗਿਆ, ਸਾਨੂੰ ਦੱਸਿਆ ਨਹੀਂ ਗਿਆ ਅਜੇ ਤੱਕ। ਸਾਨੂੰ ਕਿਹਾ 80 ਸਾਲ ਦੀ ਬਜ਼ੁਰਗ ਮਾਂ ਬੱਚਿਆਂ ਦੀ ਸ਼ਹਾਦਤ ਵੇਖ ਕੇ ਪ੍ਰਾਣ ਚੜਾ ਗਈ। ਨਹੀਂ ਭਾਈ, ਉਹ ਕਲਗੀਆਂ ਵਾਲੇ ਦੀ ਮਾਂ ਆ, ਕੋਈ ਐਰੇ ਗੈਰੇ ਦੀ ਮਾਂ ਥੋੜੀ ਹੈ।
ਜਿਹਨੇ ਚੜ੍ਹਦੀ ਜਵਾਨੀ 'ਚ ਸਿਰ ਦਾ ਸਾਈਂ ਤੋਰਿਆ ਹੋਵੇ, ਜਿਹਨੇ ਅੱਖਾਂ ਦੇ ਸਾਹਮਣੇ ਆਪਣੇ ਪੁੱਤ ਤੋਰੇ ਹੋਣ ਤੇ ਫਿਰ ਪੋਤਰੇ ਵੀ ਤੋਰਦੀ ਹੋਵੇ, ਉਹ ਪ੍ਰਾਣ ਚੜਾ ਜਾਏਗੀ ਇੱਦਾਂ ਭਲਾ? ਦੁੰਨਾ ਸਿੰਘ ਹੰਡੂਰੀਏ ਨੂੰ ਪੜ੍ਹ ਕੇ ਵੇਖਿਓ। ਪਿਆਰਾ ਸਿੰਘ ਪਦਮ ਨੇ ਛੋਟੀ ਜਿਹੀ ਕਿਤਾਬ ਲਿਖੀ ਹੈ। ਮੈਂ ਕੱਲ ਵੀ ਕਿਹਾ ਸੀ, ਹੁਣ ਵੀ ਵੀਰਾਂ ਨੇ ਜੇ ਸਾਹਿਤ ਲਿਟਰੇਚਰ ਬਾਹਰ ਲਾਇਆ ਤੇ ਜ਼ਰੂਰ ਛੋਟੇ ਛੋਟੇ ਇਤਿਹਾਸ ਪੜ੍ਹਿਆ ਕਰੋ, ਬਾਣੀ ਦੀਆਂ ਗੱਲਾਂ ਆਪਣੇ ਘਰਾਂ 'ਚ ਲੈ ਕੇ ਜਾਇਆ ਕਰੋ। ਦੁੰਨਾ ਸਿੰਘ ਹੰਡੂਰੀਆ ਲਿਖਦਾ ਹੈ, ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ 'ਚੋਂ ਧੱਕਾ ਦੇ ਕੇ ਥੱਲੇ ਸੁੱਟਿਆ ਗਿਆ। ਉਹਨੂੰ ਡਰ ਸੀ ਵੀ ਇੱਦਾਂ ਦੀਆਂ ਮਾਵਾਂ ਕਰਕੇ ਸਾਡੀ ਜਿਹੜੀ ਉਹ ਧੌਂਸ ਹੈ ਨਾ, ਉਹ ਲੋਕਾਂ ਦੇ ਦਿਮਾਗ ਵਿੱਚੋਂ ਨਿਕਲ ਰਹੀ ਹੈ। ਤੇ ਠੰਡੇ ਬੁਰਜ ਤੋਂ ਡਿੱਗਣ ਤੋਂ ਬਾਅਦ ਵੀ ਮਾਤਾ ਗੁਜਰ ਕੌਰ ਜੀ ਚੜ੍ਹਦੀ ਕਲਾ ਵਿੱਚ ਸਨ। 3 ਦਿਨ ਠੰਡ ਨੇ ਉਹ ਬਜ਼ੁਰਗ ਹੱਡ ਭੰਨੇ, ਠੰਡੇ ਬੁਰਜ ਚੋਂ ਧੱਕਾ ਦਿੱਤਾ, ਮਾਤਾ ਫਿਰ ਵੀ ਚੜ੍ਹਦੀ ਕਲਾ ਵਿੱਚ ਸੀ। ਫਿਰ ਇੱਕ ਬੋਰੇ ਵਿੱਚ ਪਾ ਕੇ ਮਾਤਾ ਗੁਜਰ ਕੌਰ ਦੇ ਬੁੱਢੇ ਹੱਡ ਤੋੜੇ ਗਏ। ਕਾਹਦੇ ਲਈ ਭਲਾ? ਇੱਕ ਸੁੰਦਰ ਕੌਮ ਦੀ ਉਸਾਰੀ ਕਰਨ ਵਾਸਤੇ। ਅਸੀਂ ਮਾਣ ਨਾਲ ਕਹਿ ਸਕੀਏ ਉਹ ਸਾਡੀ ਮਾਂ ਹੈ। ਸਾਹਿਬਜ਼ਾਦਿਆਂ ਦੇ ਨਾਲ ਜੋ ਕੁਝ ਵਾਪਰਿਆ, ਨੀਹਾਂ ਵਿੱਚ ਚਿਣ ਕੇ ਤਸੀਹਾ ਦਿੱਤਾ ਗਿਆ ਸੀ। ਤੁਹਾਨੂੰ ਯਾਦ ਹੈ, ਤੁਸੀਂ ਸੁਣਿਆ ਬੜੀ ਵਾਰ, ਜਦੋਂ ਇੱਟ ਲਾਉਣ ਲੱਗੇ ਤੇ ਗੋਡੇ ਲਾਗੇ, ਜਦੋਂ ਇੱਟ ਆਈ ਤੇ ਕਹਿੰਦੇ ਗੋਡੇ ਲਾਗੇ, ਇੱਟ ਲੱਗਦੀ ਨਹੀਂ ਸੀ। ਇਹ ਤਾਂ ਹੁਣ ਤੁਸੀਂ ਵੇਖੋ, ਜੇ ਇੱਟ ਪੈਰ ਤੋਂ ਸਿੱਧੀ ਰੱਖੋਗੇ, ਜੇ ਗੋਡੇ ਤੱਕ ਸਿੱਧੀ ਆ ਰਹੀ ਹੈ, ਇਹਦਾ ਮਤਲਬ ਪੈਰ ਵੀ ਛਿੱਲਿਆ ਗਿਆ ਸੀ ਇੱਟ ਰੱਖਣ ਲੱਗਿਆ। ਸਿੱਧੀ ਪੈਰ ਤੇ ਇੱਟ ਰੱਖੋਗੇ, ਏਦਾਂ ਸਿੱਧੀ ਗੋਡੇ ਵੱਲ ਨੂੰ ਨਹੀਂ ਆਉਂਦੀ ਉਹ। ਤੇ 7 ਸਾਲ ਦਾ ਬੱਚਾ ਆ, ਪਰ ਹੈ ਕਲਗੀਆਂ ਵਾਲੇ ਦਾ ਪੁੱਤ। ਆਓ ਉਸ ਬਾਜਾਂ ਵਾਲੇ ਦੇ ਪੁੱਤ ਬਣੀਏ, ਉਸ ਇਤਿਹਾਸ ਨੂੰ ਮਾਣੀਏ। ਸਭਨਾਂ ਦਾ ਧੰਨਵਾਦ। ਪਿਛਲੇ ਇਹਦੇ ਦਿਨਾਂ ਤੋਂ ਹਾਜ਼ਰੀਆਂ ਭਰਦੇ ਆ। ਮੇਰੇ ਪਾਸੋਂ ਕੋਈ ਭੁੱਲ ਚੁੱਕ ਕਹੀ ਗਈ ਹੋਵੇ, ਕਿਸੇ ਵੀਰ ਭਰਾ, ਕਿਸੇ ਭੈਣ ਦੇ ਸ਼ਾਨ ਦੇ ਖਿਲਾਫ ਕੋਈ ਸ਼ਬਦ ਕਿਹਾ ਗਿਆ ਹੋਵੇ, ਉਹ ਮੇਰਾ ਸਮਝ ਕੇ ਭਾਈ ਮਾਫ ਕਰਿਓ। ਜੇ ਕੋਈ ਸ਼ਬਦ ਚੰਗਾ ਲੱਗਾ ਹੋਵੇ, ਉਹ ਮੇਰਾ ਨਹੀਂ ਹੈ, ਉਹ ਇਤਿਹਾਸ ਦਾ ਹੈ, ਬਾਣੀ ਦਾ ਹੈ, ਉਹਨੂੰ ਆਪਣੇ ਹਿਰਦੇ 'ਚ ਵਸਾ ਲਿਓ। ਭੁੱਲਾਂ ਚੁੱਕਾਂ ਨੂੰ ਨਾ ਚਿਤਾਰਦੇ ਹੋਏ ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਜਿਸ ਰੂਪ ਵਿੱਚ ਵੀ, ਜਿਸ ਤਰ੍ਹਾਂ ਨਾਲ ਵੀ ਤੁਸੀਂ ਸੇਵਾਵਾਂ ਵਿੱਚ ਹਾਜ਼ਰ ਹੁੰਦੇ ਹੋ, ਸਾਰੇ ਹੀ ਧੰਨਤਾ ਦੇ ਪਾਤਰ ਹੋ। ਜਿਹੜੇ ਆ ਕੇ ਬਹਿ ਕੇ ਸੁਣਦੇ ਨੇ, ਉਹ ਵੀ ਧੰਨਤਾ ਦੇ ਪਾਤਰ ਨੇ। ਜੇ ਤੁਸੀਂ ਮਾਣ ਵਧਾਉਂਦੇ ਹੋ ਤੇ ਇਸ ਤਰ੍ਹਾਂ ਦੇ ਸਮਾਗਮ ਜਿਹੜੇ ਆ ਉਹ ਅੱਗੇ ਤੋਂ ਉਲੀਕਣ ਵਾਸਤੇ ਪ੍ਰਬੰਧਕ ਤਿਆਰ ਹੁੰਦੇ ਨੇ। ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ। ਭੁੱਲਾਂ ਮੇਰੀਆਂ ਸਮਝ ਕੇ ਮਾਫ ਕਰਨੀਆਂ, ਸ਼ਬਦ ਗੁਰੂ ਦੇ ਸਮਝ ਕੇ ਹਿਰਦੇ 'ਚ ਵਸਾ ਲੈਣੇ। ਪਿਆਰ ਨਾਲ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।